ਸਾਹਿਬ ਜੀ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਨ, ਜੇ ਸਤਿਗੁਰ ਭਾਵੈ ਸੋ ਮਨ ਲੈਣ, ਸਈ ਕਰਮ ਕਰੇ। ਤੂੰ ਸੁਲਤਾਨ ਕਹਾ ਹੋਂ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਨ ਨਾ ਜਾਈ। ਧੰਨ ਵਾਹਿਗੁਰੂ ਸਾਹਿਬ ਜੀ। ਸੂਰਠ ਮਹਿਲਾ ਨੌਵਾਂ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾਕੈ। ਕੰਚਨ ਮਾਟੀ ਮਾਨੈ ਰਹਾਉ, ਨਹਿ ਨਿੰਦਿਆ ਨਹਿ ਉਸਤਤ ਜਾਕੈ। ਲੋਭ ਮੋਹ ਅਭਿਮਾਨਾ, ਹਰਿ ਸੋਗ ਤੇ ਰਹੇ ਨਿਆਰੋ। ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ। ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਹ ਪਰਸਨ ਨਾਹੀ। ਤਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਹ ਨਰ ਕਉ ਕੀਨੀ। ਤਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ। ਜਿਉ ਪਾਨੀ ਸੰਗ ਪਾਨੀ, ਚਵਰ ਛਤਰ ਤਖਤ ਦੇ ਮਾਲਕ ਵਾਲੀ ਕੁਲ ਆਲਮ ਵਾਹ ਤਖਤ ਦੇ ਪਾਤਸ਼ਾਹ ਹਜ਼ੂਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਦੀ ਰਹਿਨੁਮਾਈ ਅਗਵਾਈ ਅਤੇ ਜਿਨ੍ਹਾਂ ਵੱਲੋਂ ਬਖਸ਼ਿਸ਼ ਕੀਤੀ ਉਦਮ ਪ੍ਰੇਰਣਾ ਸਦਕਾ ਅਸੀਂ ਸਾਰੇ ਹੀ ਰਲ ਮਿਲ ਕੇ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਦੂਸਰੇ ਨਾਨਕ ਗੁਰੂ ਅੰਗਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਪੁਰਬ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਗੁਰੂ ਗੋਦ 'ਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੇ ਸਾਂ। ਸਤਿਕਾਰਯੋਗ ਬੱਚਿਆਂ ਨੇ ਢਾਡੀ ਵਾਰਾਂ ਰਾਹੀਂ ਭਾਈ ਸੁਖਵਿੰਦਰ ਸਿੰਘ ਹੋਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਇਤਿਹਾਸਕ ਕੁਝ ਵਰਕੇ ਸਾਂਝੇ ਕੀਤੇ। ਆਪ ਜੀ ਨੇ ਕੀਰਤਨ ਦੇ ਰਾਹੀਂ ਆਨੰਦ ਮਾਣਿਆ। ਆਓ ਸਮੇਂ ਦੀ ਸੀਮਾ ਦੇ ਵਿੱਚ ਰਹਿ ਕੇ ਗੁਰੂ ਉਪਦੇਸ਼, ਗੁਰੂ ਮਹਾਰਾਜ ਜੀ ਦੇ ਜੀਵਨ ਦੀ ਘਾਲਣਾ, ਉਹਨਾਂ ਦੀਆਂ ਮਹਾਨ ਸਿੱਖਿਆਵਾਂ ਨਾਲ ਅਸੀਂ ਰਲ ਮਿਲ ਕੇ ਕੁਝ ਬਾਤ ਪਾ ਸਕੀਏ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਅਤੇ ਸਾਂਝੀ ਕਰੀਏ। ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਸੰਸਾਰ ਦੇ ਵਿੱਚ ਬਹੁਤਾਤ
ਮਜ਼ਹਬ ਹਨ, ਧਰਮ ਹਨ, ਵੱਖ-ਵੱਖ ਫਿਰਕੇ ਹਨ, ਜਿਨ੍ਹਾਂ ਨੇ ਆਪੋ ਆਪਣੇ ਪੈਗੰਬਰਾਂ ਦੀ ਸੋਚ ਦੇ ਉੱਤੇ ਪਹਿਰਾ ਦਿੱਤਾ ਹੈ। ਉਹਨਾਂ ਕੋਲ ਆਪੋ ਆਪਣੇ ਗ੍ਰੰਥ ਹਨ, ਜੋ ਉਹਨਾਂ ਦੇ ਵੱਡ ਵਡੇਰਿਆਂ ਨੇ ਜਾਣਿਆ ਸਮਝਿਆ, ਉਹ ਆਪਣੀਆਂ ਲਿਖਤਾਂ ਨੂੰ ਗ੍ਰੰਥਾਂ ਦੇ ਵਿੱਚ ਕੁਝ ਕਹਿ ਗਏ, ਕੁਝ ਉਹਨਾਂ ਦੇ ਮਗਰੋਂ ਦੀ ਬਿਆਨ ਕਰਨ ਵਾਲਿਆਂ ਨੇ, ਜਾਣਨ ਵਾਲਿਆਂ ਨੇ ਦਰਜ ਕੀਤੇ। ਪਰ ਜਦੋਂ ਅਸੀਂ ਸਿੱਖ ਵਿਚਾਰਧਾਰਾ ਨੂੰ ਪੜ੍ਹਦੇ ਹਾਂ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਅਤੇ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਭਗਤ ਸਾਹਿਬਾਨ ਤੇ ਗੁਰੂ ਕਲਗੀਧਰ ਮਹਾਰਾਜ ਜੀ ਤੋਂ ਬਾਅਦ ਸਿੱਖ ਇਤਿਹਾਸ, ਇਸ ਸਾਰੇ ਹੀ ਇਤਿਹਾਸ ਦੇ ਮਹਾਨ ਫਲਸਫੇ ਨੂੰ ਪੜ੍ਹਿਆ, ਇਸ ਗੱਲੋਂ ਮਾਣ ਵੀ ਹੁੰਦਾ ਹੈ ਕਿ ਗੁਰੂ ਮਹਾਰਾਜ ਜੀ ਨੇ ਕੁਝ ਅਜਿਹਾ ਸਾਨੂੰ ਧਰਮ ਨਹੀਂ ਸੀ ਦਿੱਤਾ ਜਿਹੜਾ ਸਵਾਰਥ ਦੇ ਵਿੱਚ ਲਬਰੇਜ਼ ਹੋਵੇ ਕਿ ਤੁਸੀਂ ਆਪਣੀਆਂ ਮੰਗਾਂ ਖਾਤਰ ਕਿਸੇ ਕਾਲਪਨਿਕ ਹਸਤੀ ਨੂੰ ਮੰਨਣਾ ਹੈ, ਆਪਣੀਆਂ ਲੋੜਾਂ ਤੇ ਜ਼ਰੂਰਤਾਂ ਦੀ ਪੂਰਤੀ ਲਈ ਧਰਮ ਅਪਣਾਉਣਾ ਹੈ, ਤੁਸੀਂ ਕੋਈ ਪੂਜਾ ਅਰਚਾ ਕਰਕੇ ਕਾਲਪਨਿਕ ਭਗਵਾਨ ਨੂੰ ਖੁਸ਼ ਕਰਨਾ ਹੈ। ਗੁਰੂ ਮਹਾਰਾਜ ਜੀ ਨੇ ਇਸ ਤੋਂ ਬਿਲਕੁਲ ਵੱਖਰਿਆਂ ਹਟ ਕੇ ਮਹਾਰਾਜ ਜੀ ਨੇ ਆਪਣਾ ਆਪਾ ਸਵਾਰਨ ਲਈ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਆਦਰਸ਼ ਸਾਡੇ ਸਾਹਮਣੇ ਰੱਖ ਦਿੱਤਾ ਕਿ ਆਪਣੇ ਆਪੇ ਨੂੰ ਚੰਗਾ ਬਣਾਉਣਾ ਇਹ ਪਹਿਲ ਕਦਮੀ ਹੋਣੀ ਚਾਹੀਦੀ ਹੈ। ਪਹਿਲਾ ਜੀਵਨ ਦੇ ਵਿੱਚ ਧਰਮ ਕਮਾਉਣ ਵਾਲੇ ਲਈ ਪਹਿਲਾ ਕਦਮ ਹੀ ਹੋਣਾ ਚਾਹੀਦਾ ਕਿ ਉਹ ਆਪਣੇ ਵੱਲ ਤੁਰ ਪਏ, ਆਪਣੇ ਵੱਲ ਨਿਗਾਹ ਮਾਰੇ। ਜਿਵੇਂ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਜੀਵਨ ਦੇ ਵਿੱਚ ਮਾਨਸਿਕ ਪੱਧਰ ਤੇ ਬਹੁਤ ਭਰਮ ਹਨ, ਬੜਾ ਜਾਲ ਪਸਰਿਆ ਸਾਡੇ ਸੁਰਤ ਦੇ ਵਿੱਚ। ਇਸ ਸਾਰੇ ਵਿੱਚੋਂ ਨਿਕਲਣ ਲਈ ਇੱਕੋ ਤਰੀਕਾ ਹੈ ਕਿ ਆਪਣੇ ਆਪੇ ਨੂੰ ਚੀਨਣਾ। ਚੀਨਣਾ ਦਾ ਅਰਥ ਹੈ ਆਪਣੇ ਆਪੇ ਨੂੰ ਹੀ ਫੋਲ ਲੈਣਾ। ਜਿਵੇਂ ਮਹਾਰਾਜ ਜੀ ਨੇ ਭਗਤ ਸਾਹਿਬਾਨਾਂ ਨੇ ਇਹ ਗੱਲ ਆਖੀ ਹੈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਬਾਬਾ ਫਰੀਦ ਸਾਹਿਬ ਜੀ ਨੇ ਆਖਿਆ, ਆਪਣੇ ਆਪੇ ਨੂੰ ਸਵਾਰਨਾ ਹੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੋ ਜਾਣਾ ਹੈ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਉਸ ਮਨੁੱਖ ਦੀ ਅਸਲ ਦੇ ਵਿੱਚ ਉਪਮਾ ਉਹਦਾ ਮਾਨ ਸਤਿਕਾਰ ਹੋਣਾ ਚਾਹੀਦਾ ਹੈ, ਜਿਹੜਾ ਕਰਤੇ ਦੇ ਗੁਣਾਂ ਨੂੰ ਆਧਾਰ ਬਣਾ ਕੇ ਜ਼ਿੰਦਗੀ ਜਿਉਂਦਾ ਹੈ। ਗੁਰੂ ਮਹਾਰਾਜ ਜੀ ਨੇ ਸਮਾਜ ਦੇ ਵਿੱਚੋਂ ਦੀ ਇੱਕ ਚੰਗਾ ਆਦਰਸ਼ ਪੈਦਾ ਕਰਨ ਲਈ ਇੱਕ ਬੜੀ ਵੱਡੀ ਘਾਲਣਾ ਕੀਤੀ। ਗੁਰੂ ਮਹਾਰਾਜ ਜੀ ਨੇ ਕੇਵਲ ਬਿਆਨ ਬਿਆਜੀਆਂ ਨਹੀਂ ਕੀਤੀਆਂ। ਮੈਨੂੰ ਖਿਮਾ ਕਰਿਓ ਜੀ, ਉਪਦੇਸ਼ ਕਰਨਾ, ਕਿਸੇ ਨੂੰ ਸਲਾਹ ਦੇਣੀ, ਇਹ ਇੱਕ ਚੰਗੀ ਗੱਲ ਹੈ, ਵਧੀਆ ਗੱਲ ਹੈ, ਚੰਗੀ ਸੋਚਣੀ ਹੁੰਦੀ ਹੈ। ਪਰ ਕੇਵਲ ਕਹਿ ਦੇਣ ਦੇ ਬਾਅਦ ਤੁਸੀਂ ਵੱਖਰੇ ਖੜੇ ਹੋ ਤੇ ਜਿਨ੍ਹਾਂ ਨੂੰ ਕਹਿ ਰਹੇ ਹੋ ਤੁਸੀਂ ਉਹਨਾਂ ਨੂੰ ਉਡੀਕ ਕੇ ਦੇਖਦੇ ਰਹਿੰਦੇ ਹੋ ਕਿ ਇਹ ਕਦੋਂ ਕਮਾਉਣਾ ਸ਼ੁਰੂ ਕਰਨਗੇ। ਮਹਾਰਾਜ ਜੀ ਨੇ ਜੋ ਕਿਹਾ ਉਹਨੂੰ ਆਪ ਇਸਤੇਮਾਲ ਕੀਤਾ, ਆਪ ਵਰਤ ਕੇ ਦਿਖਾਇਆ। ਜੇ ਮਹਾਰਾਜ ਜੀ ਨੇ ਸੇਵਾ ਦੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਕੀਤੀ ਤੇ ਮਹਾਰਾਜ ਜੀ ਨੇ ਕਰਕੇ ਵਿਖਾਈ ਹੈ। ਜੇ ਮਹਾਰਾਜ ਜੀ ਨੇ ਕੁਰਬਾਨੀ ਦੀ ਗੱਲ ਕੀਤੀ ਹੈ ਤੇ ਕੁਰਬਾਨੀ ਆਪ ਪਹਿਲਾਂ ਦੇ ਕੇ ਦੱਸੀ ਹੈ। ਮਹਾਰਾਜ ਜੀ ਨੇ ਆਖਿਆ, ਸਮਾਜ ਦੁੱਖ ਤਕਲੀਫ ਪਰੇਸ਼ਾਨੀਆਂ ਬਹੁਤਾਤ ਨੇ, ਤੁਸੀਂ ਪਰਉਪਕਾਰੀ ਕਿੱਦਾਂ ਬਣਨਾ ਹੈ। ਮਹਾਰਾਜ ਪਰਉਪਕਾਰ ਦੀ ਇਮਤਿਹਾਨ ਤੇ ਚਲੇ ਗਏ। ਗੁਰੂ ਮਹਾਰਾਜ ਦਸਮ ਪਾਤਸ਼ਾਹ ਤੱਕ, ਦਸਾਂ ਪਾਤਸ਼ਾਹੀਆਂ ਦੇ ਇੱਕੋ ਜੋਤ ਦਾ ਸ਼ਰੀਰਾਂ ਦੇ ਵਿੱਚ ਜੋ ਬਿਆਨਿਆ ਗਿਆ, ਜੋ ਕਹਿਆ ਗਿਆ, ਜਿੱਦਾਂ ਦਾ ਤਸੱਵਰ ਰੱਖਿਆ ਗਿਆ ਕਿ ਇਦਾਂ ਦਾ ਇੱਕ ਇਨਸਾਨ ਹੋਣਾ ਚਾਹੀਦਾ। ਮਹਾਰਾਜ ਜੀ ਨੇ ਆਖਿਆ, ਇੱਧਰ ਦੇਖ ਲਓ। ਆਪਣੇ ਆਪੇ ਨੂੰ ਮਹਾਰਾਜ ਜੀ ਨੇ ਉਦਾਹਰਣ ਬਣਾ ਕੇ ਪੇਸ਼ ਕਰ ਦਿੱਤਾ ਦੁਨੀਆ ਦੇ ਵਿੱਚ। ਔਰ ਗੁਰੂ ਮਹਾਰਾਜ ਜੀ ਦੇ ਆਦਰਸ਼ਕ ਜੀਵਨ ਤੋਂ ਪ੍ਰਭਾਵਿਤ ਹੋ ਕੇ ਜਿਹੜੀ ਫਸਲ ਪੈਦਾ ਹੋਈ, ਜੋ ਨਤੀਜੇ ਨਿਕਲੇ, ਉਹ ਆਪਣੇ ਆਪ ਵਿੱਚ ਅਦੁੱਤੀ ਇਤਿਹਾਸ ਸਿਰਜ ਗਿਆ। ਉਹ ਲਾਸ਼ਾਨੀ ਇਤਿਹਾਸ ਸਿਰਜਿਆ ਗਿਆ। ਬੇਓੜਕ ਇਹੋ ਜਿਹੇ ਲੋਕ ਧਰਤੀ ਵਿੱਚੋਂ ਜਨਮੇ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਸ ਮਹਾਨ ਆਦਰਸ਼ ਦੀ ਘਾਲ ਕਮਾਈ ਕੀਤੀ। ਗੁਰੂ ਅੰਗਦ ਸਾਹਿਬ ਮਹਾਰਾਜ, ਜਿਨ੍ਹਾਂ ਦਾ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅੱਜ ਪ੍ਰਕਾਸ਼ ਪੁਰਬ ਹੈ, ਦੋ ਪਾਤਸ਼ਾਹੀਆਂ ਦਾ ਇੱਕੋ ਹੀ ਤਰੀਕ ਦੇ ਵਿੱਚ ਇਤਿਹਾਸ ਦੇ ਮੁਤਾਬਕ ਪੁਰਬ ਹੁੰਦਾ ਹੈ ਔਰ ਹਰ ਸਾਲ ਇਹੀ ਤਰੀਕ ਆਉਣੀ ਹੈ। ਗੁਰੂ ਅੰਗਦ ਸਾਹਿਬ ਮਹਾਰਾਜ 1504 ਦੇ ਵਿੱਚ ਜਿਨ੍ਹਾਂ ਦਾ ਪ੍ਰਕਾਸ਼ ਹੋਇਆ ਮੱਤੇ ਕੀ ਸਰਾਂ ਦੇ ਵਿੱਚ, ਚਿਰ ਮਗਰੋਂ ਉਹਨਾਂ ਦੇ ਪਿਤਾ ਜਦੋਂ ਉੱਥੋਂ ਦੀ ਉੱਠੇ ਤੇ ਗੁਰੂ ਮਹਾਰਾਜ
ਭਾਈ ਲਹਿਣੇ ਦੇ ਰੂਪ ਦੇ ਵਿੱਚ ਉਹਨਾਂ ਨੇ ਖਡੂਰ ਸਾਹਿਬ ਆ ਕੇ ਵਸੇਵਾ ਕੀਤਾ। ਸੰਖੇਪ ਜੀ ਵਾਰਤਾ ਸਾਂਝੀ ਕਰਦਾ ਜਾਣਾ। ਗੁਰੂ ਮਹਾਰਾਜ ਦਾ ਮੁੱਢਲਾ ਜੀਵਨ ਤੁਸੀਂ ਵੇਖੋਗੇ ਭਰਮਾਂ ਦੇ ਵਿੱਚ ਘਿਰਿਆ ਹੋਇਆ ਤੁਹਾਨੂੰ ਨਜ਼ਰ ਆਏਗਾ। ਦੇਵੀਆਂ ਦੇ ਪੁਜਾਰੀ ਨੇ ਪੈਰਾਂ ਦੇ ਵਿੱਚ ਘੁੰਗਰੂ ਪਾ ਕੇ ਲੰਮੇ ਦੌਰੇ ਆਪਣੇ ਪਿਤਾ ਆਪਣੇ ਪੂਰਵਜਾਂ ਦੇ ਉਸੇ ਰਾਹ ਨੂੰ ਮਾਰਗ ਨੂੰ ਫੜਦਿਆਂ ਹੋਇਆਂ ਉਹਨਾਂ ਨੇ ਕਰਮ ਕਾਂਡ ਦੇ ਉੱਤੇ ਬੜਾ ਲੰਮਾ ਸਮਾਂ ਅਭਿਆਸ ਕੀਤਾ ਔਰ ਅਕੀਦਾ ਤੇ ਵਿਸ਼ਵਾਸ ਪੱਕਦਾ ਚਲਾ ਗਿਆ। ਪਰ ਜਦੋਂ 28 ਸਾਲ ਦੀ ਉਮਰ ਦੇ ਵਿੱਚ ਭਾਈ ਲਹਿਣਾ ਜੀ ਕਰਤਾਰਪੁਰ, ਜਿਨ੍ਹਾਂ ਬਾਰੇ ਉਹਨਾਂ ਨੇ ਖਡੂਰ ਸਾਹਿਬ ਰਹਿੰਦੇ ਆ ਭਾਈ ਜੋਧ ਕੋਲੋਂ ਪੁੱਛਿਆ ਸੀ, ਜਿਹੜਾ ਇੱਕ ਗ੍ਰਸਤੀ ਪਰਿਵਾਰਕ ਤੌਰ ਤੇ ਉਦਾਹਰਣ ਬਣ ਗਿਆ ਸੀ ਉਸ ਇਲਾਕੇ ਦੇ ਵਿੱਚ, ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਪਤਾ ਲੱਗਾ ਕਿ ਕੋਈ ਗੁਰੂ ਨਾਨਕ ਸਾਹਿਬ ਹਨ। ਕਰਤਾਰਪੁਰ ਮਿਲਣ ਦੀ ਇੱਛਾ ਜਾਗੀ, ਬਾਕੀ ਕਾਫਲਾ ਆਪਣੀ ਥਾਂ ਤੇ, ਪਰ ਉਹਨਾਂ ਨੇ ਆਖਿਆ ਹੁਣ ਮੈਂ ਇੱਥੋਂ ਨਹੀਂ ਕਿਤੇ ਜਾਣਾ। ਟਿਕ ਗਿਆ। ਮਾਨਸਿਕ ਪੱਧਰ ਤੇ ਜਦੋਂ ਬੰਦਾ ਟਿਕਦਾ ਹੈ ਨਾ, ਉਹਦਾ ਇੱਕ ਕਾਰਨ ਹੁੰਦਾ ਹੈ, ਉਹਨੂੰ ਜਿਹੜੀ ਚੀਜ਼ ਦੀ ਭਾਲ ਹੁੰਦੀ ਹੈ ਉਹ ਮਿਲ ਗਈ ਹੋਵੇ, ਜਿਹੜੀ ਚੀਜ਼ ਦੀ ਖੋਜ ਹੈ। ਤੁਸੀਂ ਦੇਖੋ ਅਸੀਂ ਕਈ ਵਾਰੀ ਨਾ ਧਰਮ ਦੇ ਨਾਮ ਤੇ ਪ੍ਰੈਕਟਿਸਾਂ ਜ਼ਰੂਰ ਕਰਦੇ ਹਾਂ, ਪਰ ਫਿਰ ਵੀ ਮਨ 'ਚ ਟਿਕਾ ਨਹੀਂ ਹੁੰਦਾ, ਕਿਉਂਕਿ ਜੇ ਮਨ ਸਹਿਮਤੀ ਵੱਲ ਨਹੀਂ ਜਾਂਦਾ ਉਹ ਗੱਲ ਬਣ ਨਹੀਂ ਰਹੀ। ਬੰਦਾ ਕਰਮ ਕਾਂਡ ਦੀ ਪ੍ਰੈਕਟਿਸ ਜ਼ਰੂਰ ਕਰਦਾ ਹੈ, ਵਹਿਮਾਂ ਭਰਮਾਂ ਨੂੰ ਕਮਾਉਣ ਦੀ ਬਹੁਤ ਪ੍ਰੈਕਟਿਸ ਕਰੇਗਾ ਔਰ ਜਦੋਂ ਜਹਿਤ ਲੜਾਈ ਝਗੜੇ ਮਫਾਦ ਵਿੱਚੋਂ ਨਿਕਲੀ ਜਾਏਗਾ। ਹਉ ਹੰਕਾਰ ਅਭਿਮਾਨ ਇਹ ਸਾਰਾ ਕੁਝ ਨਾਲ ਜੁੜਦਾ ਜਾਏਗਾ, ਪਰ ਚੈਨ ਫਿਰ ਵੀ ਨਹੀਂ ਆਉਂਦਾ, ਟਿਕਾਅ ਨਹੀਂ ਹੁੰਦਾ, ਕਿਉਂਕਿ ਜਿਹੜੀ ਚੀਜ਼ ਅਸਲ 'ਚ ਬੰਦੇ ਨੂੰ ਚਾਹੀਦੀ ਹੈ ਨਾ, ਉਹ ਉਹਦੀ ਮਾਨਸਿਕਤਾ ਦੇ ਤਲ ਦੇ ਵਿੱਚ ਹਮੇਸ਼ਾ ਉਹਨੂੰ ਅਧੂਰਾ ਦੱਸਦੀ ਹੈ। ਭਾਈ ਲਹਿਣਾ ਜੀ ਨੇ ਆਪਣੇ ਆਪ ਨੂੰ ਉੱਥੇ ਟਿਕਾ ਲਿਆ, ਕਿਉਂਕਿ ਮਨ ਦੇ ਵਿੱਚ ਇੱਕ ਟਿਕਾ ਜਾ ਆਇਆ, ਧੀਰਜ ਆਇਆ ਕਿ ਗੱਲ ਬਣ ਗਈ ਹੈ। ਸਾਲਾਂ ਬੱਧੀ ਤੁਰਦਿਆਂ ਫਿਰਦਿਆਂ ਪੈਰ ਥੱਕ ਗਏ, ਕਾਫਲਾ ਲੈ ਕੇ ਜਾਂਦਿਆਂ ਜਾਂਦਿਆਂ ਕਿੰਨਾ ਸਮਾਂ ਗਵਾ ਲਿਆ, ਪਰ ਹੁਣ ਗੱਲ ਬਣੀ। ਅਸਲ ਦੇ ਵਿੱਚ ਲੱਭ ਗਿਆ ਉਹ ਗੁਰੂ ਨਾਨਕ ਸਾਹਿਬ ਦੇ ਕੋਲ 28 ਸਾਲ ਦੀ ਉਮਰ ਦੇ ਵਿੱਚ ਭਾਈ ਲਹਿਣਾ ਜੀ ਆਏ ਸਨ। ਤੁਸੀਂ ਵੇਖੋ ਨੌਜਵਾਨੀ ਉਮਰ ਹੈ, ਜਿਹਨੂੰ ਅਸੀਂ ਯੂਥ ਕਹਿੰਦੇ ਆ, ਯੰਗ ਕਹਿੰਦੇ ਆ, ਜਿਹਨੂੰ ਅਸੀਂ ਭਰ ਜੋਬਨ ਦਾ ਵਕਤ ਕਹਿੰਦੇ ਆ। ਉਸ ਵਕਤ ਦੇ ਵਿੱਚ ਮਹਾਰਾਜ ਨੇ ਬਾਣੀ 'ਚ ਆਖਿਆ, ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਭਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ, ਵਣਜਾਰਿਆ ਮਿੱਤਰਾ ਮਨ ਮਤਾ ਅਹਮ ਮੇਲ। ਇਸ ਏਜ ਦੇ ਵਿੱਚ ਹੰਕਾਰ ਜ਼ਿਆਦਾ ਹੁੰਦਾ ਹੈ, ਇਸ ਏਜ ਦੇ ਵਿੱਚ ਮਨ ਮਤਿਆ ਹੁੰਦਾ, ਨਾ ਬਜ਼ੁਰਗਾਂ ਦੀ ਸੁਣਦਾ ਹੈ ਨਾ ਕਿਸੇ ਦੀ ਸਲਾਹ ਲੈਂਦਾ। ਇਸ ਏਜ ਵਿੱਚ ਬੰਦਾ ਆਪ ਹੁਦਰਾ ਹੋਇਆ ਹੁੰਦਾ, ਅੰਦਰ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹੁੰਦੀਆਂ ਨੇ। ਇਸ ਭਰ ਜੋਬਨ ਵਿੱਚ ਬਾਬੇ ਨਾਨਕ ਨੇ ਆਪਣੀ ਨਿਗਾਹ, ਆਪਣੀ ਦ੍ਰਿਸ਼ਟੀ, ਆਪਣੀ ਬਖਸ਼ਿਸ਼ ਨਾਲ ਉਸ ਜਵਾਨੀ ਨੂੰ ਟਿਕਾ ਦਿੱਤਾ। ਔਰ ਤੁਸੀਂ ਵੇਖੋ 7 ਸਾਲ ਉੱਥੇ ਰਹੇ ਨੇ ਭਾਈ ਲਹਿਣਾ ਜੀ। 7 ਸਾਲ ਦੀ ਇੱਕ ਟ੍ਰੇਨਿੰਗ ਹੈ। ਟਿਕਾ ਵੇਖੋ ਕਿੱਡਾ ਕਮਾਲ ਦਾ। ਉਰਾਂ ਪਰਾਂ ਦੀ ਝਾਤ ਹੀ ਮੁੱਕ ਗਈ, ਸਭ ਕੁਝ ਛੱਡ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਬੜੀ ਬਰੀਕੀ ਨਾਲ ਲਿਆ, ਜਾਣਿਆ, ਉਹਦਾ ਅਭਿਆਸ ਕੀਤਾ। ਉੱਥੇ ਰਹਿ ਕੇ ਉਹਨਾਂ ਨੇ ਆਸਾ ਕੀ ਵਾਰ ਪੜ੍ਹੀ ਨਹੀਂ, ਗਾਈ ਵੀ ਹੈ, ਉਹਨੂੰ ਵਿਚਾਰਿਆ ਵੀ ਹੈ ਤੇ ਪ੍ਰਚਾਰਿਆ ਵੀ ਹੈ। ਜਦੋਂ ਗੁਰੂ ਮਹਾਰਾਜ ਜੀ ਬਿਲਕੁਲ ਪਿਓਰ ਸੋਨੇ ਵਾਂਗ ਤਿਆਰ ਕਰਤੇ ਗਏ, ਗੁਰੂ ਨਾਨਕ ਸਾਹਿਬ ਨੇ ਆਪਣੀ ਥਾਂ ਤੇ ਭਾਈ ਲਹਿਣਾ ਜੀ ਨੂੰ ਬਿਠਾ ਕੇ ਮੱਥਾ ਟੇਕ ਕੇ ਇੱਕ ਐਲਾਨਨਾਮਾ ਕੀਤਾ ਕਿ ਦੂਸਰੇ ਨਾਨਕ ਦੇ ਰੂਪ ਦੇ ਵਿੱਚ ਭਾਈ ਲਹਿਣਾ ਗੁਰੂ ਅੰਗਦ ਸਾਹਿਬ ਬਣ ਕੇ ਸੇਵਾ ਕਰਨਗੇ। ਦੇਖੋ ਇਹਨੂੰ ਸੱਤਾ ਤੇ ਬਲਵੰਡ ਜੀ ਦੀ ਵਾਰ ਦੇ ਵਿੱਚ ਆਖਿਆ, ਹੋਰਿਓ ਗੰਗ ਵਹਾਇਓ ਦੁਨਿਆਈ ਆਖੇ ਕੇ ਕਿਓ। ਦੁਨੀਆ ਦੇ ਲੋਕ ਕਹਿੰਦੇ ਕਮਾਲ ਕਰਤੀ ਤੁਸੀਂ, ਸਦੀਆਂ ਬੀਤ ਗਈਆਂ ਸੀ ਤੇ ਸੁਣਦੇ ਆਏ ਆ ਕਿ ਬੰਦਾ ਆਪਣੇ ਜਾਣ ਤੋਂ ਬਾਅਦ ਭਾਵੇਂ ਰਾਜਾ ਹੈ, ਭਾਵੇਂ ਕੋਈ ਪੀਰ ਪੈਗੰਬਰ ਹੈ, ਆਪਣੇ ਪੋਤੀ ਲੱਭਦਾ ਸਭ ਤੋਂ ਪਹਿਲਾਂ। ਜੇ ਧੀ ਪੁੱਤ ਨਹੀਂ ਤੇ ਭਤੀਜੇ ਭਾਂਜੇ ਲੱਭੇਗਾ ਕਿ ਚਲੋ ਗੱਦੀ ਘਰ ਵਿੱਚ ਹੀ ਰਵੇ। ਤੁਹਾਡੇ ਕੋਲ ਸ਼੍ਰੀ ਚੰਦ, ਲక్ష్ਮੀ ਦਾਸ, ਹੋਰ ਵੀ ਰਿਸ਼ਤੇਦਾਰ ਪਰਿਵਾਰਾਂ ਦੇ ਵਿੱਚ ਤੁਸੀਂ ਇੱਕ 7 ਸਾਲ ਪਹਿਲਾਂ ਆਏ ਭਾਈ ਲਹਿਣੇ ਨੂੰ ਆਪਣੀ ਥਾਂ ਤੇ ਟਿਕਾਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖਿਆ ਕਿ ਅਸਲ ਦੇ ਵਿੱਚ ਜਿਹਦਾ ਤਸੱਵਰ ਮੈਂ ਕਰ ਰਿਹਾ ਸੀ ਨਾ ਕਿ ਇਦਾਂ ਦਾ ਇਨਸਾਨੀ ਜੀਵਨ ਚਾਹੀਦਾ ਹੈ, ਉਹ ਭਾਈ ਲਹਿਣਾ ਦਾ ਸੇਵਾਵਾਂ ਦੇ ਵਿੱਚੋਂ ਲੰਘਦਿਆਂ ਹੋਇਆਂ, ਇਮਤਿਹਾਨਾਂ ਨੂੰ ਪਾਸ ਕਰਦਿਆਂ ਹੋਇਆਂ ਉਹ ਦੂਜੇ ਨਾਨਕ ਦੀ ਪਦਵੀ ਤੇ ਜਾ ਪਹੁੰਚਿਆ ਸੀ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਮਹਾਰਾਜ ਜੀ ਦੇ ਹੁਕਮ ਅਨੁਸਾਰ ਖਡੂਰ ਸਾਹਿਬ ਆਏ, ਵਸੇਵਾ ਕੀਤਾ। ਉੱਥੇ ਗੁਰਮੁਖੀ ਬੱਚਿਆਂ ਨੂੰ ਪੜ੍ਹਾਈ, ਮਲ ਅਖਾੜੇ ਕੀਤੇ ਔਰ ਗੁਰੂ ਮਹਾਰਾਜ ਜੀ ਨੇ 63 ਸ਼ਲੋਕ ਲਿਖੇ। 63 ਸ਼ਲੋਕ ਜਿਨ੍ਹਾਂ ਵਿੱਚੋਂ 15 ਸ਼ਲੋਕ ਤੁਸੀਂ ਆਸਾ ਕੀ ਵਾਰ ਦੇ ਵਿੱਚ ਗਾਉਂਦੇ ਹੋ, ਔਰ ਉਹਦੇ ਵਿੱਚ ਮਹਾਰਾਜ ਜੀ ਨੇ ਆਸ਼ਕੀ ਸ਼ਬਦ 2 ਸ਼ਲੋਕਾਂ 'ਚ ਵਰਤਿਆ, ਇੱਕ ਨਹੀਂ ਆਸ਼ਕੀ ਦੂਜੇ ਲੱਗੇ ਜਾਏ, ਕਿਉਂਕਿ ਪਿਆਰ ਮੁਹੱਬਤ ਦੀ ਇੰਤਹਾ ਕਮਾਈ ਹੈ ਭਾਈ ਲਹਿਣੇ ਨੇ
ਗੁਰੂ ਅੰਗਦ ਬਣਨ ਤੱਕ ਉਹਨਾਂ ਨੇ ਇਹ ਗੱਲ ਆਪ ਬਿਆਨੀ ਹੈ ਕਿ ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਉੱਥੇ ਇਹਨਾਂ ਸੂਰਜਾਂ ਨੂੰ ਨਹੀਂ ਆਖਿਆ ਕਿ ਇਹ ਸੂਰਜ ਹਜ਼ਾਰ ਚੜ੍ਹ ਜਾਣ, ਇਹ ਤੇ ਇੱਕੋ ਹੀ ਬੜਾ ਹੈ। ਉੱਥੇ ਅਸਲ ਦੇ ਵਿੱਚ ਆਖਿਆ ਕਿ ਜਿਹੜਾ ਚਾਨਣ ਸਮਾਜ ਮਾਣ ਰਿਹਾ ਨਾ, ਨੌਲੇਜ, ਗਿਆਨ, ਇਨਫੋਰਮੇਸ਼ਨ, ਇਹ ਭਾਵੇਂ ਹੋਰ ਵੀ ਵੱਧ ਜਾਏ। ਪੜ੍ਹ ਲਿਖ ਕੇ ਲੋਕ ਡਾਕਟਰ ਬਣ ਜਾਣਗੇ, ਚੰਗੇ ਵੈਦ ਬਣ ਜਾਣਗੇ, ਹਕੀਮ ਬਣ ਜਾਣਗੇ। ਪੜ੍ਹ ਲਿਖ ਕੇ ਲੋਕ ਆਫਿਸਰ ਬਣ ਸਕਦੇ ਨੇ, ਪੜ੍ਹ ਲਿਖ ਕੇ ਲੋਕ ਬਿਜ਼ਨਸਮੈਨ ਬਣ ਸਕਦੇ ਨੇ, ਪੜ੍ਹ ਲਿਖ ਕੇ ਲੋਕ ਵਕੀਲ, ਜੱਜ, IPS ਤੇ IAS ਲੱਗ ਸਕਦੇ ਨੇ। ਪਰ ਮਹਾਰਾਜ ਕਹਿੰਦੇ ਨੇ ਸਾਰਾ ਗਿਆਨ ਉਦੋਂ ਤੱਕ ਬੰਦੇ ਨੂੰ ਖੁਆਰੀ ਤੋਂ ਨਹੀਂ ਬਚਾ ਸਕਦਾ ਜਦੋਂ ਤੱਕ ਉਹਦੇ ਕੋਲ ਇੱਕ ਸੱਚਾ ਨੇਕ ਗਿਆਨ ਨਹੀਂ ਹੁੰਦਾ, ਉਹਦੇ ਕੋਲ ਸਮਝ ਨਹੀਂ ਆਉਂਦੀ। ਜਦੋਂ ਸਮਝ ਆ ਜੇ, ਗਿਆਨ ਆ ਜੇ, ਫਿਰ ਉਹ ਜਿਸ ਅਹੁਦੇ ਤੇ ਬੈਠਾ ਹੈ, ਜਿਸ ਥਾਂ ਤੇ ਬੈਠਾ ਬੰਦਾ, ਉੱਥੇ ਨਿਆਂ ਕਰੇਗਾ, ਇਨਸਾਫ ਕਰੇਗਾ, ਉਹ ਇਮਾਨਦਾਰੀ ਨਾਲ ਕੰਮ ਕਰੇਗਾ। ਨਹੀਂ ਤੇ ਅੱਜ ਤੁਸੀਂ ਵੇਖੋ ਕਾਲੇ ਕੋਟ ਪਾ ਕੇ ਵਕੀਲਾਂ ਦੇ ਹਾਲ ਕੀ ਹੋਏ ਪਏ ਨੇ। ਜਿਹੜੇ ਜੱਜ ਬੈਠੇ ਨੇ ਉਹਨਾਂ ਦੀਆਂ ਕਲਮਾਂ ਕਿਵੇਂ ਖਰੀਦੀਆਂ ਜਾਂਦੀਆਂ ਨੇ ਤੇ ਉਹ ਬੰਦੇ ਬੋਲਦੇ ਕਿਹੜੀ ਬੋਲੀ ਨੇ, ਸਾਰਾ ਕੁਝ ਤੁਸੀਂ ਵੇਖਦੇ ਹੋ ਦੁਨੀਆ ਭਰ ਦੇ ਵਿੱਚ। ਪੜ੍ਹੇ ਲਿਖੇ ਡਾਕਟਰ ਕਿਵੇਂ ਬੰਦਿਆਂ ਦੀਆਂ ਕਿਡਨੀਆਂ ਕੱਢ ਕੇ ਤੇ ਜਿਉਂਦੇ ਬੰਦੇ ਨੂੰ ਮੌਤ ਦੀ ਗਰਾਈ ਬਣਾ ਕੇ ਘਰਦਿਆਂ ਨੂੰ ਲੁੱਟ ਜਾਂਦੇ ਨੇ। ਉਹਨਾਂ ਦੀਆਂ ਕੀਤੀਆਂ ਕਰਾਈਆਂ ਪੜ੍ਹਾਈਆਂ ਕਾਲੀਆਂ ਕਿਤਾਬਾਂ ਬਣ ਜਾਂਦੀਆਂ ਨੇ। ਉਹ ਸਕਾਰਤ ਨਹੀਂ ਹੋਈਆਂ ਕਿਉਂਕਿ ਉਹਨਾਂ ਕੋਲ ਇੱਕ ਗਿਆਨ ਨਹੀਂ ਸੀ ਹੈਗਾ, ਜਿਹਦੇ ਬਾਰੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਮਹਾਰਾਜ ਜੀ ਦੀ ਬੜੀ ਘਾਲਣਾ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਅਸੀਂ ਅੱਜ 400 ਸਾਲਾ ਮਨਾਉਣ ਬੈਠੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼, ਜਿਨ੍ਹਾਂ ਦਾ ਆਗਮਨ ਇਤਿਹਾਸ ਦੀਆਂ ਤਰੀਕਾਂ ਦੇ ਮੁਤਾਬਕ 5 ਵਿਸਾਖ 1678 ਨੂੰ ਹੋਇਆ, ਸੰਮਤ 1678 ਨੂੰ। ਹੁਣ ਤੁਸੀਂ ਜਦੋਂ ਇਹ ਤਰੀਕਾ ਇਤਿਹਾਸ ਵਿੱਚੋਂ ਪੜ੍ਹਦੇ ਹੋ ਕਿ ਵਿਸਾਖ 5 ਵਿਸਾਖ ਨੂੰ ਅਗਰ ਇੰਗਲਿਸ਼ ਦੇ ਵਿੱਚ ਕਨਵਰਟ ਕਰੀਏ ਤੇ ਕੀ ਬਣੇਗਾ, ਤੇ ਸੰਮਤ 1678 ਨੂੰ ਅੱਜ ਸਨ ਵਿੱਚ ਬਦਲੀਏ ਤੇ ਕੀ ਬਣਦਾ ਹੈ। ਬੜਾ ਸੌਖਾ ਜਿਹਾ ਨੁਕਤਾ ਸਾਧ ਸੰਗਤ ਜੀ ਨੋਟ ਰੱਖਿਓ, ਕਿਉਂਕਿ ਕਿਤਾਬਾਂ ਹਮੇਸ਼ਾ ਤੁਹਾਡੇ ਮੂਹਰੇ ਆਉਂਦੀਆਂ ਨੇ। ਜਦੋਂ ਸੰਮਤ ਤੋਂ ਸਨ ਬਣਾਉਣੀ ਹੁੰਦੀ ਹੈ ਨਾ, ਸੌਖਾ ਤਰੀਕਾ ਹੈ ਕਿ ਉਹਦੇ ਵਿੱਚੋਂ ਦੀ ਤੁਸੀਂ 57 ਸਾਲ ਘਟਾ ਦਿਓ। 57 ਈਅਰ ਸੰਮਤ ਵਿੱਚੋਂ ਘਟਾਉਣ ਨਾਲ ਸਨ ਨਿਕਲ ਆਉਂਦੀ ਹੈ। ਤੇ ਵਿਸਾਖ 5 ਦਾ ਭਾਵ ਹੈ ਅੱਜ ਦੀ 18 ਅਪ੍ਰੈਲ, ਤੇ ਸਨ ਬਣੇਗੀ 1621। ਘਟਾ ਕੇ 1621 ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਾਬਾ ਤਿਆਗਮਲ ਦੇ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਕੇ ਮਹਿਲ ਅੰਮ੍ਰਿਤਸਰ ਦੇ ਵਿੱਚ ਪ੍ਰਕਾਸ਼ ਹੋਇਆ। ਉਹਨਾਂ ਤੋਂ ਪਹਿਲਾਂ ਉਹਨਾਂ ਦੇ ਵਡੇਰੇ ਭਰਾ ਵੀ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ, ਸੂਰਜਮਲ, ਔਰ ਉਹਨਾਂ ਤੋਂ ਵੱਡੀ ਇੱਕ ਭੈਣ ਵੀ ਹੈ ਬੀਬੀ ਵੀਰੋ। ਇਦਾਂ 5 ਭੈਣ ਭਰਾ। ਸਭ ਤੋਂ ਛੋਟੇ ਨੇ ਤਿਆਗਮਲ ਜੀ। ਇਤਿਹਾਸਕਾਰਾਂ ਨੇ ਇੱਕ ਘਟਨਾ ਬੜੀ ਲਾਜਵਾਬ ਲਿਖੀ ਹੈ, ਕਿਉਂਕਿ ਘਰ ਦੇ ਵਿੱਚ ਦੇਖੋ ਮਾਹੌਲ ਹੈ, ਇੱਕ ਪਰਵਰਿਸ਼ ਹੈ, ਇੱਕ ਇਨਵਾਇਰਮੈਂਟ ਹੈ। ਗੁਰੂ ਹਰਗੋਬਿੰਦ ਸਾਹਿਬ ਤੱਕ ਉਦਾਂ ਹੀ ਸਿੱਖੀ ਬੜੀ ਪ੍ਰਫੁੱਲਤ ਹੋ ਚੁੱਕੀ ਸੀ ਤੇ ਬਾਕੀ ਘਰ ਦੇ ਜੀ ਪਰਣਾਏ ਹੋਏ ਸਨ ਸਿੱਖੀ ਨੂੰ। ਬਾਬਾ ਗੁਰਦਿੱਤਾ ਜੀ, ਹੋਰ ਵੀ ਭਰਾ, ਤੇ ਬੀਬੀ ਵੀਰੋ ਵੀ ਨੇਕ। ਇਹ ਉਹੀ ਬੀਬੀ ਵੀਰੋ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੇਲੇ ਭੰਗਾਣੀ ਦੀ ਜੰਗ ਦੇ ਵਿੱਚ ਆਪਣੇ ਬੱਚੇ ਲੈ ਕੇ ਮੈਦਾਨ ਦੇ ਜੰਗ 'ਚ ਗਏ ਤੇ ਇਹਨਾਂ ਨੂੰ ਭੂਆ ਕਰਕੇ ਲਿਖਿਆ। ਸੋ ਖੈਰ, ਜਦੋਂ ਇਹਨਾਂ ਨੂੰ ਪਰਵਰਿਸ਼ ਮਿਲੀ, ਗੁਰਮੁਖੀ ਤੋਂ ਲੈ ਕੇ ਸਿੱਖ ਇਤਿਹਾਸ, ਗੁਰਬਾਣੀ ਪੜ੍ਹਨ ਦਾ ਮਾਹੌਲ ਮਿਲਿਆ, ਤੇ ਜਦੋਂ ਕੋਈ ਪੜ੍ਹ ਰਿਹਾ ਹੁੰਦਾ, ਪਤਾ ਉਦੋਂ ਲੱਗਦਾ ਜਦੋਂ ਸਾਹਮਣੇ ਕੋਈ ਇਮਤਿਹਾਨ ਹੁੰਦਾ, ਕੋਈ ਟੈਸਟ ਪੈਂਦਾ ਕਿ ਵੀ ਇਹਨੇ ਕਿੰਨੀ ਕੁ ਜਾਣਕਾਰੀ ਹਾਸਲ ਕੀਤੀ ਹੈ ਤੇ ਕਿੱਥੋਂ ਤੱਕ ਇਹ ਉਹਦੇ ਤੇ ਖਰਾ ਉਤਰ ਰਿਹਾ। ਇਤਿਹਾਸਕਾਰਾਂ ਨੇ ਲਿਖਿਆ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਸੀ, ਸਭ ਤੋਂ ਵੱਡੇ ਭਰਾ ਜਿਹੜੇ, ਉਹਨਾਂ ਦਾ ਆਨੰਦ ਕਾਰਜ ਵੇਲੇ ਬਰਾਤ ਜਾਣੀ ਸੀ। ਤੇ ਉਸ ਵੇਲੇ ਜਦੋਂ ਬਰਾਤ ਜਾਇਆ ਕਰਦੀ ਸੀ ਤੇ ਲੋਕ ਕੋਠਿਆਂ ਤੇ ਚੜ੍ਹ ਕੇ ਵੇਖਦੇ ਸਨ ਆਲੇ ਦੁਆਲੇ, ਤੇ ਖਾਸ ਕਰਕੇ ਉਹਨਾਂ ਨੇ ਦੇਖਣਾ ਕਿ ਇਹ ਗੁਰਮੁਖਾਂ ਦੀ ਬਰਾਤ ਜਾ ਰਹੀ ਹੈ, ਕਿਉਂਕਿ ਥੋੜੀ ਜੀ ਦੁਨੀਆ ਦੀ ਬਰਾਤਾਂ ਨਾਲੋਂ ਹਟਵੀਂ ਹੋਏਗੀ। ਉਹ ਜਿੱਥੇ ਦਿਖਾਵਾ ਨਹੀਂ, ਕੋਈ ਚਮਕ ਦਮਕ ਤੇ ਕੋਈ ਭੜਕੀਲਾਪਨ ਨਹੀਂ, ਉਹਦੇ ਵਿੱਚ ਬਿਲਕੁਲ ਕਰਤੇ ਦੀ ਇਬਾਦਤ ਕਰਦਿਆਂ ਹੋਇਆਂ, ਰੱਬ ਦਾ ਸ਼ੁਕਰ ਕਰਦਿਆਂ ਹੋਇਆਂ ਉਹ ਆਨੰਦ ਕਾਰਜ ਦੀ ਬਰਾਤ ਰਵਾਨਾ ਹੋ ਰਹੀ ਹੈ। ਗੁਰੂ ਹਰਗੋਬਿੰਦ ਸਾਹਿਬ ਅਗਵਾਈ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਵੱਡੇ ਪੁੱਤਰ ਦਾ ਆਨੰਦ ਕਾਰਜ ਹੈ। ਇਤਿਹਾਸ ਵਿੱਚ ਇਹ ਗੱਲ ਦਰਜ ਕੀਤੀ ਗਈ ਹੈ ਕਿ ਉਸ ਵੇਲੇ ਤਿਆਗਮਲ ਜੀ ਨੂੰ ਉਹਨਾਂ ਦੀ ਮਾਤਾ ਨਾਨਕੀ ਜੀ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਹੋਇਆ ਇੱਕ ਚੋਲਾ ਪਾਇਆ।
बड़ा खूबसूरत लग रहा तन के उत्ते। पर थोड़े चिर बाद बाबा त्यागमल जी बिना चोले तो ही कपड़े लथे हुए ने ते माता जी के कोल आए। तो वो वेख के पल भर लिए हैरान भी होए कि हुण बरात का वक्त है तो इन्होंने अपना चोला लाता, हुण मैं नवां पावां। उन्होंने जो रीजन पूछया, कारण पूछया, बेटा ये क्यों लाया तुसी, कोई गंदा हो गया सी, पाट गया कितों दी मैला होया? वो कहंदे नहीं माता जी, तुहाडा पाया होया चोला काम आ गया है। उन्होंने पूछया किदां? कहंदे मैं देखा, क्योंकि ठंड का वक्त सी उस वेले, मैं एक बच्चा गरीबड़ा जिहा वेख्या, ਉਹਦੇ तन ते कपड़े नहीं सन हैगे, ਉਹਦੇ तन ते कपड़ा नहीं सी पाया। बच्चा बरात वेखण लई आया सी पर तन ਉਹਦਾ नगन सी ते कंब रिहा सी बच्चा। माता जी मैं अपना ला के ਉਹਦੇ तन ते पाया, क्योंकि मैनूं ये यकीन सी कि तुहाडे कोल होर भी ने, तुसीं मैनूं होर भी पा दोगे। ते मैनूं इउं जापदा सी उस बच्चे दे कोल हुंदा ते क्यों ना पाउंदा। ਇਹਦਾ मतलब ਉਹਦੇ ਕੋਲ है ही कोई नहीं, ਸਾਡੇ ਕੋਲ ਤਾਂ ਹੋਰ ਨੇ माता जी, ਤੁਸੀਂ ਹੋਰ ਪਾ ਸਕਦੇ ਹੋ। माता ने क्योंकि आप ਜਿਹੜਾ ਘਰੇ ਮਾਹੌਲ ਦਿੱਤਾ ਉਸ ਮੁਤਾਬਕ ਬੱਚਾ ਜਦੋਂ ਖਰਾ ਉਤਰਿਆ ਤੇ ਉਹਨਾਂ ਨੇ ਮਸਤਕ ਚੁੰਮਿਆ ਤੇ ਬੱਚੇ ਨੂੰ ਆਖਿਆ, ਬੇਟਾ ਬੜਾ ਨੇਕ ਕਾਰਜ ਕੀਤਾ, ਬੜਾ ਚੰਗਾ ਕੰਮ ਕੀਤਾ। ਹੁਣ ਤੁਸੀਂ ਵੇਖੋ ਅਸੀਂ ਇਹੋ ਜਿਹੇ ਘਟਨਾ ਦੇ ਵਿੱਚ ਬੱਚੇ ਨੂੰ ਝਿੜਕ ਪਾ ਦੇਈਏ, ਡਾਂਟ ਦੇਈਏ, ਆਖ ਦੀ, ਉਹ ਦੁਬਾਰਾ ਕੋਸ਼ਿਸ਼ ਨਹੀਂ ਕਰੇਗਾ, ਉਹਦਾ ਕੌਨਫੀਡੈਂਸ ਹੀ ਮੁੱਕ ਜਾਏਗਾ। ਉਹ ਕਹੇਗਾ ਘਰੋਂ ਤੇ ਝਿੜਕਾਂ ਹੀ ਪੈਣੀਆਂ ਨੇ, ਗਾਲਾਂ ਹੀ ਪੈਣੀਆਂ ਨੇ। ਇਸ ਕਰਕੇ ਕੌਣ ਇਹ ਕੰਮ ਕਰੇ? ਜਦੋਂ ਘਰੋਂ ਹੌਸਲਾ ਮਿਲੇ ਨਾ, ਚੰਗੇ ਕੰਮਾਂ ਵਾਸਤੇ ਐਪਰੀਸ਼ੀਏਸ਼ਨ ਮਿਲੇ, ਤੇ ਸੁਭਾਵਕ ਹੈ ਬੱਚੇ ਦਾ ਕੌਨਫੀਡੈਂਸ ਬਿਲਡ ਹੁੰਦਾ। ਉਹ ਕਹਿੰਦਾ ਚੰਗੇ ਕੰਮਾਂ ਲਈ ਮੇਰੇ ਘਰੋਂ ਮੈਨੂੰ ਸਪੋਰਟ ਮਿਲਦੀ ਹੈ, ਮਾਂ-ਬਾਪ ਨਾਲ ਖੜਦੇ ਨੇ। ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੱਚੇ ਨੂੰ ਆਸ਼ੀਰਵਾਦ ਵੀ ਦੇਖਿਆ ਤੇ ਆਖਿਆ, ਪੁੱਤਰਾ ਬਹੁਤ ਚੰਗਾ ਕੰਮ ਕਰਕੇ ਆਏ ਹੋ। ਗੁਰੂ ਨਾਨਕ ਸਾਹਿਬ ਦੀ ਸੋਚਣੀ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਹੈ। ਔਰ ਤੁਸੀਂ ਵੇਖੋ, ਇਹ ਜੇ ਇੱਕ ਬੱਚੇ ਦੇ ਸਰੀਰ ਤੇ ਬਿਨਾਂ ਕੱਪੜਿਆਂ ਤੋਂ ਉਹਨੂੰ ਨਗਨ ਵੇਖ ਕੇ ਬਰਦਾਸ਼ਤ ਨਹੀਂ ਕਰ ਸਕੇ, ਸੁਭਾਵਕ ਅੰਦਾਜ਼ੇ ਲਾਏ ਜਾ ਸਕਦੇ ਸਨ ਬਜ਼ੁਰਗਾਂ ਵੱਲੋਂ, ਪਰਿਵਾਰ ਵੱਲੋਂ, ਪਿਤਾ ਗੁਰੂ ਹਰਗੋਬਿੰਦ ਸਾਹਿਬ ਵੱਲੋਂ, ਮਾਤਾ ਨਾਨਕੀ ਵੱਲੋਂ, ਕਿ ਜ਼ਰੂਰ ਇਹ ਆਉਣ ਵਾਲੇ ਸਮੇਂ ਦੇ ਅੰਦਰ ਜੇ ਕਿਸੇ ਨੂੰ ਇਸ ਤੋਂ ਵਧੇਰੇ ਵੀ ਲੋੜ ਪੈ ਗਈ ਨਾ, ਤੁਸੀਂ ਵੇਖੋ ਲੋੜ ਪਈ 1775 ਦੇ ਵਿੱਚ, 1675 ਦੇ ਵਿੱਚ ਲੋੜ ਪੈ ਗਈ, ਲੋਕਾਂ ਦੀਆਂ ਇੱਜ਼ਤਾਂ ਆਬਰੂ, ਔਰ ਤੁਸੀਂ ਵੇਖੋ ਲੋਕ ਮਹਿਫੂਜ਼ ਨਹੀਂ ਸਨ ਕਰਦੇ ਆਪਣੇ ਆਪ ਨੂੰ, ਸਿਕਿਉਰ ਹੋ ਕੇ ਆਪਣੀ ਆਜ਼ਾਦੀ ਗਵਾ ਬੈਠੇ ਸਨ, ਆਪਣੇ ਹੱਕ ਹਕੂਕ ਗਵਾਏ ਬੈਠੇ ਲੋਕ, ਆਪਣੀ ਇੱਜ਼ਤ ਮਾਨ ਤਾਣ ਸਭ ਕੁਝ ਗਵਾਈ ਬੈਠੇ, ਨਗਨ ਹੋਈ ਬੈਠੇ। ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਤੇ ਉਹਨਾਂ ਨੇ ਉਹਨਾਂ ਦਾ ਉਸ ਵੇਲੇ ਵੀ ਨਗਨ ਢੱਕ ਦਿੱਤਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਸ਼ਹਾਦਤ ਤੇ ਕੁਰਬਾਨੀ 1675 ਚ ਕੀਤੀ ਹੈ, ਮੈਨੂੰ ਖਿਮਾ ਕਰਿਓ ਜੀ, ਅਸੀਂ ਇਹਨੂੰ ਕਈ ਵਾਰੀ ਬੜੇ ਛੋਟੇ ਜਿਹੇ ਸ਼ਬਦਾਂ ਦੇ ਨਾਲ ਆਖਦੇ ਹਾਂ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ। ਨਹੀਂ ਗੁਰੂ ਪਿਆਰਿਓ, ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਕੁਰਬਾਨੀ ਨੂੰ ਛੋਟਿਆਂ ਨਾ ਕਰੀਏ ਆਪਾਂ, ਇਹ ਨਿੱਕੀ ਜੀ ਗੱਲ ਹੋਏਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਨਾ ਇੱਕ ਕਵੀ ਹੋਏ ਨੇ ਸੈਨਾਪਤੀ, ਉਹਨਾਂ ਨੇ ਪਹੁਲ ਲਈ ਸੀ ਤੇ ਉਹਨਾਂ ਦਾ ਨਾਮ ਪੈ ਗਿਆ ਸੈਣਾ ਸਿੰਘ, ਭਾਈ ਸੈਣਾ ਸਿੰਘ। ਉਹਨਾਂ ਨੇ ਇੱਕ ਕਿਤਾਬ ਲਿਖੀ ਉਸ ਵੇਲੇ, ਗੁਰੂ ਕਾਲ ਦੇ ਉਹ ਉਸ ਵੇਲੇ ਦੇ ਰਾਈਟਰ, ਮੌਜੂਦ ਰਾਈਟਰ ਨੇ, ਇਤਿਹਾਸਕਾਰ ਨੇ। ਉਹਨਾਂ ਨੇ ਕਿਤਾਬ ਲਿਖੀ ਗੁਰੂ ਸ਼ੋਭਾ, ਮੌਕਾ ਮਿਲੇ ਕਦੀ ਪੜ੍ਹਿਓ, ਸੈਣਾ ਸਿੰਘ ਸੈਨਾਪਤੀ ਦੀ ਕਿਤਾਬ। ਉਹਨਾਂ ਨੇ ਬਕਾਇਦਾ ਆਪਣੀ ਕਿਤਾਬ ਦੇ ਵਿੱਚ ਲਿਖਤ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਈ ਜਿਹੜੇ ਵਰਡ ਯੂਜ਼ ਕੀਤੇ ਨੇ ਉਹ ਲਾਮਿਸਾਲ, ਬੜੇ ਵੱਡੇ ਨੇ। ਉਹ ਆਖਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੀ ਜਿਹੜੀ ਲਾਮਿਸਾਲ ਕੁਰਬਾਨੀ ਹੈ ਨਾ, ਇਹ ਬਹੁਤ ਵੱਡੀ ਹੈ। ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਕੀ ਚਾਦਰ, ਇਹਦੀ ਕੋਈ ਸੀਮਾ ਨਹੀਂ ਹੈ। ਅਸੀਂ ਹਿੰਦ ਦੀ ਚਾਦਰ ਕਹਿ ਕੇ ਉਹਨਾਂ ਨੂੰ ਹਿੰਦੁਸਤਾਨੀਆਂ ਲਈ, ਹਿੰਦੂ ਲੋਕਾਂ ਲਈ ਸੀਮਤ ਜਾ ਕਰਨਾ ਚਾਹੁੰਦੇ ਨਹੀਂ ਗੁਰੂ ਪਿਆਰਿਓ। ਔਰ ਅਸੀਂ ਕਈ ਵਾਰੀ ਪ੍ਰਚਾਰਦੇ ਹਾਂ ਗੁਰੂ ਮਹਾਰਾਜ ਜੀ ਦੀ ਹਿੰਦੂ ਧਰਮ ਦੀ ਰਾਖੀ ਲਈ ਕੁਰਬਾਨੀ ਹੋਈ। ਜੇਕਰ ਉਸ ਵੇਲੇ ਹਿੰਦੂ ਧਰਮ ਦਾ ਰਾਜ ਹੁੰਦਾ ਤੇ ਮੁਸਲਮਾਨ ਉਹ ਜ਼ੁਲਮ ਭੁਗਤ ਰਿਹਾ ਹੁੰਦਾ, ਉਹਦੇ ਉੱਤੇ ਜ਼ਾਲਮ ਹਕੂਮਤ ਜ਼ੁਲਮ ਕਰ ਰਹੀ ਹੁੰਦੀ, ਤੇ ਮੁਸਲਮਾਨਾਂ ਦੇ ਵਿੱਚੋਂ ਦੀ ਕਾਜ਼ੀ ਮੌਲਾਨੇ ਅਨੰਦਪੁਰ ਆਉਂਦੇ ਤੇ ਕੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਨਾ ਕਰ ਦਿੰਦੇ? ਕੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਬਾਂਹ ਨਾ ਫੜਦੇ? ਇੱਥੇ ਕਿਸੇ ਧਰਮ ਦੀ ਬਾਂਹ ਨਹੀਂ ਫੜੀ ਗਈ, ਇੱਥੇ ਮਜ਼ਲੂਮ ਦੀ ਬਾਂਹ ਫੜੀ ਜਾਂਦੀ ਹੈ। ਮਜ਼ਲੂਮ ਕੋਈ ਹੋਵੇ, ਭਾਵੇਂ ਜੈਨੀ ਆ ਜਾਂਦੇ, ਬੋਧੀ ਆ ਜਾਂਦੇ, ਸੰਨਿਆਸੀ ਤੇ ਤਪਸਵੀ ਆ ਜਾਂਦੇ, ਮਸਲਾ ਤੇ ਇਹ ਸੀ ਕਿ ਵੀ ਇਹਨਾਂ ਤੇ ਧੱਕਾ ਕਿਉਂ? ਹਰ ਬੰਦੇ ਦੀ ਆਜ਼ਾਦੀ ਹੈ। ਇੱਥੇ ਧਰਮਾਂ ਤੋਂ ਪਹਿਲਾਂ ਪਹਿਲ ਦਿਓ ਇਨਸਾਨ ਨੂੰ, ਧਰਮਾਂ ਤੇ ਵਖਰੇਵਿਆਂ ਤੋਂ ਪਹਿਲਾਂ ਕਦਰ ਕਰੋ ਇੱਕ ਮਨੁੱਖ ਦੀ। ਰੱਬ ਨੇ ਇੱਕ ਬੰਦਾ ਘੜਿਆ ਹੈ, ਇਨਸਾਨ ਬਣਾਇਆ ਹੈ, ਕੰਪਲੀਟ ਮਨੁੱਖ ਬਣਾਇਆ ਹੈ।
ਉਹਦੇ ਹੱਕ ਨੇ ਜ਼ਿੰਦਗੀ ਜਿਉਣ ਦੇ, ਉਹ ਜਿੱਦਾਂ ਮਰਜ਼ੀ ਜੀਏ। ਜੇ ਤੁਸੀਂ ਉਹਨੂੰ ਕਰਮ ਕਾਂਡਾਂ ਤੋਂ ਵਿਵਰਜਿਤ ਕਰ ਸਕਦੇ ਹੋ, ਸਮਝਾ ਬੁਝਾ ਕੇ ਸੱਚੇ ਰਾਹੇ ਪਾ ਸਕਦੇ ਹੋ, ਚੰਗੀ ਗੱਲ ਹੋਏਗੀ। ਪਰ ਜੇ ਤੁਸੀਂ ਉਹਦੇ ਈਮਾਨ, ਉਹਦੇ ਅਕੀਦੇ, ਉਹਦੇ ਵਿਸ਼ਵਾਸ, ਉਹਦੇ ਬਲੀਫ ਨੂੰ ਕੁਚਲ ਕੇ ਆਪਣੇ ਮਜ਼ਹਬ ਤੇ ਆਪਣੇ ਧਰਮ ਦੇ ਉੱਥੇ ਝੰਡੇ ਗੱਡਣ ਦੀ ਕੋਸ਼ਿਸ਼ ਕਰੋਗੇ, ਗੁਰੂ ਮਹਾਰਾਜ ਨੇ ਆਖਿਆ ਅਸੀਂ ਸੀਸ ਦੇ ਦੇਵਾਂਗੇ ਪਰ ਇਦਾਂ ਹੋਣ ਨਹੀਂ ਦੇਵਾਂਗੇ, ਇਦਾਂ ਧੱਕਾ ਨਹੀਂ ਹੋਣ ਦੇਵਾਂਗੇ। ਔਰ ਹਮੇਸ਼ਾ ਧਿਆਨ 'ਚ ਰੱਖੀਏ ਗੱਲ, ਧਰਮ ਦੇ ਨਾਮ ਤੇ ਕਦੀ ਧੱਕੇ ਨਾ ਕਰੀਏ, ਕਿਸੇ ਤੇ ਵਧੀਕੀ ਨਾ ਕਰੀਏ, ਪ੍ਰੇਰ ਨਾ ਕਰੀਏ, ਉਹਨੂੰ ਸਮਝਾਈਏ ਬੁਝਾਈਏ, ਜਿੰਨਾ ਹੋ ਸਕਦਾ ਉਹਨੂੰ ਲੌਜਿਕ ਤੇ ਦਲੀਲ ਦੇ ਨਾਲ, ਉਹਨੂੰ ਵਿਚਾਰਧਾਰਾ ਦੇ ਨਾਲ ਸਮਝਾ ਬੁਝਾ ਕੇ ਪ੍ਰੇਰਨਾ ਤਾਂ ਦੇ ਸਕਦੇ ਹਾਂ, ਪਰ ਵਧੀਕੀ ਨਹੀਂ ਕੀਤੀ ਜਾ ਸਕਦੀ। ਜੇ ਵਧੀਕੀ ਕਰ ਰਹੇ ਹਾਂ ਅਸੀਂ ਔਰੰਗਜ਼ੇਬ ਦੀ ਕਤਾਰ ਦੇ ਵਿੱਚ ਤੇ ਕਾਜ਼ੀ ਅਬਦੁਲ ਵਹਾਬ ਬਹੋਰਾ ਦੀ ਕਤਾਰ ਵਿੱਚ ਜਾ ਕੇ ਖੜ ਜਾਵਾਂਗੇ ਤੇ ਉਹਦੇ ਖਿਲਾਫ ਜਿਹੜਾ ਆਵਾਜ਼ ਚੁੱਕ ਰਿਹਾ ਗੁਰੂ ਤੇਗ ਬਹਾਦਰ ਤੇ ਗੁਰੂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲੇ ਦੀ ਕਤਾਰ ਵਿੱਚ ਤੁਹਾਨੂੰ ਖੜਾ ਨਜ਼ਰ ਆ ਜਾਏਗਾ। ਇਹ ਆਪਣੇ ਆਪ ਦੇ ਵਿੱਚ ਵਿਲੱਖਣਤਾ ਸੀ ਧਰਮ ਦੀ। ਸੋ ਗੁਰੂ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ ਉਹ ਬੜਾ ਬੇਮਿਸਾਲ ਦੇ। ਆਨੰਦ ਕਾਰਜ ਹੋਇਆ ਮਹਾਰਾਜ ਜੀ ਦਾ ਜਦੋਂ ਚੌਥੀ ਜੰਗ ਹੋਈ ਹੈ ਨਾ ਕਰਤਾਰਪੁਰ ਦੀ, ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗਾਂ ਜਿੱਤੀਆਂ। ਚੌਥੀ ਜੰਗ ਕਰਤਾਰਪੁਰ ਦੇ ਵਿੱਚ ਜਦੋਂ ਹਿੱਸਾ ਲਿਆ ਬਾਬਾ ਤਿਆਗਮਲ ਜੀ ਨੇ, ਜਦੋਂ ਤੇਗ ਵਹੀ ਗਈ, ਇਹ ਸੁਭਾਵਕ ਹੈ ਮਹਾਰਾਜ ਜੀ ਨੇ ਤੇਗ ਚਲਦੀ ਵੇਖ ਕੇ ਨਾ ਜੰਗੇ ਮੈਦਾਨ ਦੇ ਵਿੱਚ ਜਿੱਤ ਦੇ ਬਾਅਦ ਉਹਨਾਂ ਨੂੰ ਇੱਕ ਖਿਤਾਬ ਦਿੱਤਾ। ਉਹ ਨਾਮੜੇ ਦਾ ਖਿਤਾਬ ਸੀ ਕਿ ਸਦਾ ਇਹ ਨਾਮੜਾ ਦੁਨੀਆ ਦੇ ਵਿੱਚ ਰਹੇਗਾ। ਉਹ ਨਾਮੜਾ ਸੀ ਤਿਆਗਮਲ ਤੋਂ ਤੇਗ ਬਹਾਦਰ ਦਾ। ਤੇਗ ਦਾ ਅਰਥ ਹੁੰਦਾ ਕਿਰਪਾਨ, ਤੇਗ ਦੀ ਬਹਾਦਰੀ। ਹੁਣ ਇਹ ਤੋਂ ਸਮਝਿਓ ਥੋੜੀ ਜਿਹੀ ਗੱਲ ਕਿ ਇਹਦਾ ਭਾਵ ਹੈ ਕਿ ਉਹਨਾਂ ਨੇ ਤੇਗ ਦੀ ਟ੍ਰੇਨਿੰਗ ਲਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਛਾਂ ਥੱਲੇ, ਉਹਨਾਂ ਦੀ ਨਿਗਾਹ ਥੱਲੇ ਭਰਪੂਰ ਜੰਗੇ ਮੈਦਾਨ ਦੀਆਂ ਰਣਨੀਤੀਆਂ ਸਿੱਖੀਆਂ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦੇ ਕੋਲੋਂ ਤੇਗ ਸਿੱਖੀ ਸੀ ਚਲਾਉਣੀ, ਤੇ ਗੁਰੂ ਤੇਗ ਬਹਾਦਰ ਸਾਹਿਬ ਤਿਆਗਮਲ ਦੇ ਰੂਪ ਵਿੱਚ ਜਦੋਂ ਤੇਗ ਵਾਹੁੰਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਨੂੰ ਤੇਗ ਬਹਾਦਰ ਦਾ ਖਿਤਾਬ ਦਿੱਤਾ। ਔਰ ਆਉਂਦੇ ਸਮੇਂ ਦੇ ਅੰਦਰ ਇਹ ਗੱਲ ਇਤਿਹਾਸਕਾਰਾਂ ਨੇ ਲਿਖੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਦੇ ਵਿੱਚ ਬੈਠੇ, ਜਲਾਦ ਕਿਰਪਾਨ ਤੇਗ ਵਿਖਾਉਂਦਾ ਸੀ ਨਾ, ਚਮਕਦੀ, ਡਰਾਉਂਦਾ ਸੀ, ਤੇ ਉੱਥੇ ਵਿਦਵਾਨਾਂ ਨੇ ਗੱਲ ਲਿਖੀ ਕਿ ਮਾਨੋ ਮਹਾਰਾਜ ਕਹਿ ਰਹੇ ਸਨ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਤੈਨੂੰ ਇਹ ਨਹੀਂ ਪਤਾ ਤੂੰ ਬੇਖਬਰ ਹੈ, ਤੂੰ ਮੈਨੂੰ ਤੇਗ ਵਿਖਾ ਕੇ ਡਰਾਉਣਾ। ਉਹ ਭਲਿਆ ਮੇਰਾ ਤੇ ਨਾਮ ਹੀ ਤਿਆਗਮਲ ਤੋਂ ਤੇਗ ਬਹਾਦਰ, ਤੇਗਾਂ ਵਾਹੁਣ ਕਰਕੇ ਪਿਆ ਸੀ। ਇਹ ਤੇਗਾਂ ਸਾਡੇ ਲਈ ਕੋਈ ਮਾਇਨੇ ਨਹੀਂ, ਇਹ ਖਿਡੌਣੇ ਨੇ। ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖਣਾ 100 ਤੇਗਾਂ, ਮੈਨੂੰ ਲਖਤਾ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ। ਮੈਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰੇ ਬਾਪੂ ਨੇ ਪੈਣੀਆਂ 2 ਤੇਗਾਂ, ਹੁਣ ਵੀ ਆਉਂਦੇ ਸਮੇਂ ਅੰਦਰ ਵੇਖੀ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋਹ ਤੇਗਾਂ। ਇਹ ਮਾਇਨੇ ਨਹੀਂ ਰੱਖਦੀਆਂ ਇਸ ਘਰ ਦੇ ਵਿੱਚ। ਇਹਨਾਂ ਨਾਲ ਨਾ ਡਰਾ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ। ਇਹਦਾ ਕੋਈ ਵੀ ਡਰ ਕਬੂਲ ਨਹੀਂ ਕੀਤਾ ਜਾਏਗਾ ਇਸ ਘਰ ਦੇ ਵਿੱਚ। ਗੁਰੂ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ ਉਸ ਜੰਗ ਦੇ ਬਾਅਦ, ਉੱਥੋਂ ਦੇ ਹੀ ਭਾਈ ਲਾਲ ਚੰਦ ਜੀ ਦੀ ਧੀ ਗੁਜਰੀ ਜੀ ਦੇ ਨਾਲ, ਜਿਨ੍ਹਾਂ ਨੂੰ ਇਤਿਹਾਸ ਵਿੱਚ ਬੀਬੀ ਗੁਜਰੀ ਵੀ ਕਿਹਾ ਗਿਆ ਤੇ ਪਹੁਲ ਦੇ ਬਾਅਦ ਉਹਨਾਂ ਨੂੰ ਮਾਤਾ ਗੁਜਰ ਕੌਰ ਵੀ ਲਿਖਿਆ ਗਿਆ ਹੈ। 1634 ਦੇ ਵਿੱਚ ਗੁਰੂ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਗੁਰਿਆਈ ਦਿੱਤੀ। ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰੂ ਹਰਿਰਾਏ ਸਾਹਿਬ ਗੁਰਿਆਈ ਤੇ ਬੈਠੇ 7ਵੇਂ ਰੂਪ ਦੇ ਵਿੱਚ। ਅਜੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਨਹੀਂ, ਧਿਆਨ ਦਿਓ ਜੀ, ਭਾਵ ਇਹ ਹੈ ਭਤੀਜੇ ਤੋਂ, ਗੁਰੂ ਤੇਗ ਬਹਾਦਰ ਦੇ ਭਤੀਜੇ ਜੀ ਲੱਗੇ ਗੁਰਿਆਈ ਮਿਲੀ। ਉਹਨਾਂ ਨੇ ਆਖਿਆ ਕਿ ਤੁਸੀਂ ਨਵਾਂ ਨਗਰ ਬਾਬਾ ਬਕਾਲਾ ਵਸਾਉਣਾ, ਉੱਥੇ ਪ੍ਰਚਾਰ ਕੇਂਦਰ ਬਣਾਓ। ਗੁਰੂ ਤੇਗ ਬਹਾਦਰ ਸਾਹਿਬ ਅਜੇ ਗੁਰਿਆਈ ਤੋਂ ਪਹਿਲਾਂ ਬਾਬੇ ਬਕਾਲੇ ਗਏ ਨੇ। ਇਤਿਹਾਸ ਦੀਆਂ ਤਰੀਕਾਂ ਗਵਾਹ ਨੇ ਗੁਰੂ ਪਿਆਰਿਓ। 1644 ਦੇ ਵਿੱਚ 1644 ਦੇ ਵਿੱਚ ਬਾਬੇ ਬਕਾਲੇ ਗਏ ਗੁਰੂ ਤੇਗ ਬਹਾਦਰ ਸਾਹਿਬ। ਇਹ ਮੈਂ ਤਾਂ ਤਰੀਕਾਂ ਤੁਹਾਡੇ ਸਾਹਮਣੇ ਰੱਖ ਰਿਹਾ ਕਿਉਂਕਿ ਇੱਕ ਬੜਾ ਵੱਡਾ ਇਤਿਹਾਸਕ ਤੌਰ ਤੇ ਭੁਲੇਖਾ ਦੁਹਰਾਇਆ ਜਾਂਦਾ ਹੈ, ਬਾਰ-ਬਾਰ ਸਾਡੇ ਸਾਹਮਣੇ ਆਉਂਦਾ। ਤੇ ਬਾਬੇ ਬਕਾਲੇ ਵੀ ਅਗਲੇ ਨੇ ਪੋਸਟਰ ਬੜਾ ਵੱਡਾ ਲਿਖ ਕੇ ਉੱਥੇ ਬੋਰਡ ਲਾਇਆ ਹੋਇਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਬੇ ਬਕਾਲੇ ਦੇ ਵਿੱਚ 26 ਸਾਲ 9 ਮਹੀਨੇ 13 ਦਿਨ ਭੋਰੇ ਵਿੱਚ ਤਪ ਕੀਤਾ। ਜਿਹੜੇ ਤੁਹਾਡੇ ਚੋਂ ਗਏ ਨੇ ਉਹਨਾਂ ਨੇ ਬੋਰਡ ਪੜ੍ਹਿਆ ਹੋਣਾ। 26 ਸਾਲ 9 ਮਹੀਨੇ 13 ਦਿਨ ਮਹਾਰਾਜ ਭੋਰੇ 'ਚ ਰਹੇ ਨੇ, ਜਿਹੜਾ ਕਿ ਬੇਸਮੈਂਟ ਬਣਾਇਆ ਜਾਂਦਾ ਥੱਲੇ ਭੋਰਾ,
ਉਸ ਵਿੱਚ ਮਹਾਰਾਜ ਇੰਨਾ ਲੰਮਾ ਵਕਤ ਰਹੇ ਨੇ। ਹੁਣ ਇਹ ਪਰਚੋਲਣ ਦੀ ਲੋੜ ਹੈ, ਇੱਕ ਤਾਂ ਇਤਿਹਾਸ ਦੀਆਂ ਤਵਾਰੀਖ ਦੀਆਂ ਤਰੀਕਾਂ ਦੇ ਨਾਲ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਸਮਕਸ਼ ਰੱਖ ਕੇ। ਇਹ ਦੋ ਗੱਲਾਂ ਧਿਆਨ ਦਿਓ। ਜੇ ਸਾਧ ਸੰਗਤ ਵੇਖੋ, ਮੱਥਾ ਟੇਕਣ ਵਾਲੀ ਸੰਗਤ ਆਉਂਦੀ ਜਾਂਦੀ ਰਹੇਗੀ, ਧਿਆਨ ਨਾ ਖੰਡਾਓ। ਇਹ ਪ੍ਰੋਬਲਮ ਫਿਰ ਰਹਿਣੀਆਂ ਨੇ ਸਾਡੇ ਅੰਦਰ ਜੇ ਕਲੀਅਰ ਨਾ ਹੋਈਆਂ ਤਾਂ। ਭੋਰੇ ਵਿੱਚ 26 ਸਾਲ 9 ਮਹੀਨੇ 13 ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿਖਾਇਆ ਗਿਆ ਇਤਿਹਾਸ ਪੱਖੋਂ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਇਸ ਕਰਕੇ ਹੋ ਸਕਦਾ ਹੈ ਲਿਖਣ ਵਾਲਿਆਂ ਦੀ ਮਜਬੂਰੀ ਹੋਵੇ ਕਿ ਵਿਚਲਾ ਟਾਈਮ ਉਹਨਾਂ ਨੂੰ ਰੈਫਰੈਂਸ ਨਹੀਂ ਸਨ ਮਿਲ ਰਹੇ ਕਿ ਇਹ ਕਵਰ ਕਿੱਦਾਂ ਕਰੀਏ ਲਿਖਣ ਲੱਗਿਆ। ਉਹਨਾਂ ਨੇ ਸਿੱਧਾ ਹੀ 26 ਸਾਲ 9 ਮਹੀਨੇ 13 ਦਿਨ ਕਵਰ ਕਰਨ ਲਈ ਗੁਰੂ ਮਹਾਰਾਜ ਨੂੰ ਭੋਰੇ 'ਚ ਬਿਠਾ ਦਿੱਤਾ ਕਿ ਕਿਹੜਾ ਪੜਚੋਲ ਕਰੇ, ਕਿੱਥੇ ਕਿੱਥੇ ਗਏ। ਸੌਖਾ ਇਹ ਸੀ, ਉਹ 30-40 ਸਾਲ ਵੀ ਬਿਠਾ ਸਕਦੇ ਸਨ। ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਜਦੋਂ ਇਤਿਹਾਸ ਲਿਖਿਆ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੰਬੰਧੀ, ਉਹਨਾਂ ਨੇ ਇੱਕ ਗੱਲ ਲਿਖੀ ਬੜੀ ਪਿਆਰੀ। ਉਹ ਕਹਿੰਦੇ ਸਿੱਖ ਇਤਿਹਾਸ, ਗੁਰ ਇਤਿਹਾਸ ਬੜਾ ਲਾਸ਼ਾਨੀ ਹੈ, ਬੜਾ ਮਹਾਨ ਹੈ, ਪਾਕ ਪਵਿੱਤਰ ਹੈ, ਪਰ ਇਹਦੇ ਵਿੱਚ ਗੜਬੜਾਂ ਕਿਉਂ ਹੋਈਆਂ, ਖਰਾਬੀਆਂ ਕਿਉਂ ਹੋਈਆਂ। ਉਹਦੇ ਉਹਨਾਂ ਨੇ ਦੋ ਕਾਰਨ ਦੱਸੇ। ਕਹਿੰਦੇ ਜਾਂ ਤੇ ਇਤਿਹਾਸ ਵਿਗਾੜਨ ਵਾਲਿਆਂ ਦੇ ਵਿੱਚ ਸ਼ਰਧਾਲੂ ਮੌਜੂਦ ਨੇ ਤੇ ਜਾਂ ਇਰਖਾਲੂ ਮੌਜੂਦ ਨੇ। ਇਤਿਹਾਸ ਦੋ ਤਰ੍ਹਾਂ ਦੇ ਬੰਦੇ ਵਿਗਾੜਦੇ ਨੇ ਹਮੇਸ਼ਾ, ਜਾਂ ਬਹੁਤੇ ਸ਼ਰਧਾਲੂ ਅੰਨੇ ਹੋ ਕੇ ਤੇ ਜਾਂ ਇਰਖਾਲੂ ਕਿਸਮ ਦੇ ਬੰਦੇ। ਉਹ ਆਪਣੇ ਰਾਈਟਰ ਬਿਠਾਉਣਗੇ ਤੇ ਈਰਖਾ ਵਸ ਉਹ ਸੱਚਾਈ ਨੂੰ ਪੇਸ਼ ਨਹੀਂ ਕਰਨਗੇ, ਸੱਚਾਈ ਅਲੋਪ ਕਰਨਗੇ ਕਿ ਇਹ ਵਿਚਾਰਧਾਰਾ ਦੁਨੀਆ ਦੇ ਵਿਹੜੇ 'ਚ ਨਾ ਕਿਤੇ ਚਲੇ ਜਾਏ, ਲੋਕ ਪ੍ਰਭਾਵਿਤ ਹੋਣਗੇ ਇਸ ਇਤਿਹਾਸ ਤੋਂ। ਉਹ ਇਤਿਹਾਸ ਹਮੇਸ਼ਾ ਸ਼ੁੱਧ ਰੂਪ 'ਚ ਨਹੀਂ ਲਿਖਣਗੇ, ਰਲਗੱਡ ਹੋਏਗੀ। ਤੇ ਦੂਜਾ ਸ਼ਰਧਾਲੂ ਕਿਸਮ ਦੇ ਲੋਕ ਜਿਹੜੇ ਬਾਣੀ ਵਿਚਾਰ ਅਸੂਲੋਂ ਦੂਰ ਜਾ ਚੁੱਕੇ ਹੁੰਦੇ ਨੇ ਤਾਂ ਕਹਿੰਦੇ ਨੇ ਨਹੀਂ ਜੀ ਕਰਾਮਾਤ ਕਿੱਦਾਂ ਨਹੀਂ ਹੋ ਸਕਦੀ। ਝੂਠੀਆਂ ਜੀਆਂ ਕਹਾਣੀਆਂ, ਕਰਾਮਾਤੀ ਜਾਦੂਗਿਰੀਆਂ ਗੱਲਾਂ ਤੇ ਉਹਨਾਂ ਦਾ ਅਕੀਦਾ ਬਹੁਤਾ ਖੜਾ ਹੁੰਦਾ। ਉਹ ਇਹ ਨਹੀਂ ਪੜ੍ਹਦੇ ਕਿ ਜਿਹਦੇ ਬਾਰੇ ਅਸੀਂ ਗੱਲ ਕਹਿ ਰਹੇ ਹਾਂ ਬਾਣੀ 'ਚ ਕੀ ਕਹਿ ਕੇ ਗਏ ਹੋਣਗੇ। ਹੁਣ ਦੋ ਗੱਲਾਂ ਥੋੜਾ ਹੋ ਸਕਦੀਆਂ। ਮਹਾਰਾਜ ਕਹਿ ਦੁਨੀਆ ਨੂੰ ਹੋਰ ਰਹੇ ਨੇ ਤੇ ਕਮਾ ਕੁਝ ਹੋਰ ਰਹੇ ਨੇ, ਇਉਂ ਤਾਂ ਕਦੀ ਨਹੀਂ ਨਾ ਹੋਣਾ। ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਦਿਖਾਇਆ ਗਿਆ ਕਿ ਭੋਰੇ 'ਚ ਤਪ ਕਰ ਰਹੇ ਨੇ। ਤੁਸੀਂ ਪਹਿਲਾਂ ਇਤਿਹਾਸ ਦੀਆਂ ਤਰੀਕਾਂ ਦੇ ਵਿੱਚੋਂ ਵੇਖੋ ਪਿਆਰਿਓ, 1644 ਵਿੱਚ ਮਹਾਰਾਜ ਆਏ ਤੇ 1656 ਤੇ ਮਹਾਰਾਜ ਬਾਬਾ ਬਕਾਲਾ ਛੱਡ ਗਏ, ਪ੍ਰਚਾਰ ਦੌਰੇ ਤੇ ਗਏ। ਕਿੰਨੇ ਸਾਲ ਹੋਏ? 12 ਸਾਲ। 12 ਸਾਲ ਹੀ ਰਹੇ ਨੇ। ਔਰ 12 ਸਾਲਾਂ 'ਚ ਕਿਰਤਪੁਰ ਕਿੰਨੀ ਵਾਰੀ ਗਏ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ? ਆਲੇ ਦੁਆਲੇ ਪ੍ਰਚਾਰ ਕਿੰਨਾ ਕੀਤਾ ਇਲਾਕਿਆਂ ਦੇ ਵਿੱਚ ਜਾ ਕੇ। ਮਹਾਰਾਜ ਜੀ ਦੇ ਇਹ ਸਾਰੇ ਤੁਸੀਂ ਪ੍ਰਚਾਰ ਦੇ ਰੂਲ ਕੱਢ ਕੇ ਵੀ ਤੁਸੀਂ ਇਹ ਵੀ ਮੰਨ ਲਓ ਕਿ 12 ਸਾਲ ਪੂਰੇ ਉੱਥੇ ਰਹੇ, ਪਰ 26 ਕਿੱਦਾਂ ਬਣ ਗਏ? ਇਹ ਦੋ ਬਾਤਾਂ ਕਿੱਦਾਂ ਹੋ ਗਈਆਂ? ਇਹ ਆਉਣ ਵਾਲੀ ਜਨਰੇਸ਼ਨ ਪੁੱਛੇਗੀ ਤੇ ਜਾਂ ਕਨਫਿਊਜ਼ ਹੋਏਗੀ। ਇਹਨੂੰ ਕਲੀਅਰ ਕਰਨਾ ਬਣਦਾ ਗੁਰੂ ਪਿਆਰਿਓ। 1656 ਦੇ ਵਿੱਚ ਮਹਾਰਾਜ ਬਾਬੇ ਬਕਾਲੇ ਤੋਂ ਚਲੇ ਗਏ ਨੇ। ਗੁਰੂ ਹਰਿਰਾਏ ਸਾਹਿਬ ਜੀ ਵੱਲੋਂ ਸੰਦੇਸ਼ਾ ਆਇਆ ਸੀ ਕਿ ਪੂਰਬ ਦੀ ਸੰਗਤ ਯਾਦ ਕਰ ਰਹੀ, ਉਹ ਕਹਿੰਦੇ ਤੁਸੀਂ ਚਰਨ ਪਾਓ, ਇੱਥੇ ਸਿੱਖੀ ਪ੍ਰਚਾਰ ਦੀ ਲੋੜ ਹੈ। ਮਹਾਰਾਜ ਕਹਿੰਦੇ ਕਿ ਸਮਾਂ ਸਾਡੇ ਕੋਲ ਘੱਟ ਹੈ, ਲੋੜ ਹੈ ਕਿ ਤੁਸੀਂ ਚਲੇ ਜਾਓ। ਬਾਬਾ ਤੇਗ ਬਹਾਦਰ ਜੀ ਨੂੰ ਗੁਰੂ ਹਰਿਰਾਏ ਸਾਹਿਬ ਵੱਲੋਂ ਇਹ ਹੁਕਮ ਹੋਇਆ ਤੁਸੀਂ ਪ੍ਰਚਾਰ ਤੇ ਜਾਓ। ਉਹਨਾਂ ਨੇ ਬਕਾਇਦਾ ਨਾਲ ਭਾਈ ਦਿਆਲਾ ਜੀ ਨੂੰ, ਭਾਈ ਮਤੀ ਦਾਸ ਜੀ ਨੂੰ ਤੇ ਪਰਿਵਾਰ ਦੇ ਕੁਝ ਜੀਆਂ ਨੂੰ, ਸਿੱਖ ਸੰਗਤ ਨੂੰ ਨਾਲ ਲਿਆ ਤੇ ਪੂਰਬ ਇਲਾਕੇ ਵੱਲ ਪ੍ਰਚਾਰ ਦੌਰੇ ਤੇ ਗਏ। ਹਰਿਦੁਆਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਏ ਨੇ 1657 ਦੇ। ਉੱਥੇ ਥਾਂ ਇਤਿਹਾਸਕ। ਮਹਾਰਾਜ ਬਨਾਰਸ ਗਏ ਨੇ, ਉੱਥੇ ਗੁਰਦੁਆਰਾ ਬਣਿਆ, ਬਕਾਇਦਾ ਤਰੀਕ ਲਿਖੀ ਹੋਈ ਹੈ ਉਹਨਾਂ ਵੱਲੋਂ। ਮਹਾਰਾਜ ਗਇਆ ਗਏ, ਪਟਨਾ ਗਏ, ਪਟਨੇ ਵੀ ਗਏ ਮਹਾਰਾਜ। ਇੱਥੋਂ ਤੱਕ ਤੁਸੀਂ ਵੇਖੋ, ਉਹ ਜਦੋਂ ਢਾਕੇ ਪ੍ਰੋਬਲਮ ਆਈ, ਦੋ ਰਾਜੇ ਝਗੜ ਰਹੇ ਨੇ, ਇੱਕ ਔਰੰਗਜ਼ੇਬ ਵੱਲੋਂ ਤੇ ਇੱਕ ਰਾਜਾ ਰਾਮ ਸਿੰਘ। ਇਹਨਾਂ ਦੇ ਵਿੱਚ ਲੜਾਈ ਹੋਣੀ ਹੈ, ਖੂਨ ਖਰਾਬਾ ਹੋਣਾ, ਖੂਨ ਦੀਆਂ ਨਦੀਆਂ ਵਹਿ ਜਾਣੀਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਆਪਣੀ ਪਤਨੀ ਮਾਤਾ ਗੁਜਰੀ ਜੀ ਨੂੰ ਪਟਨੇ ਛੱਡ ਕੇ ਤੇ ਨਾਲ ਕਿਰਪਾਲ ਚੰਦ ਜਿਹੜੇ ਕਿ ਉਹਨਾਂ ਦੇ ਰਿਸ਼ਤੇ 'ਚ ਸਾਲੇ ਲੱਗਦੇ ਨੇ, ਜੋ ਮਾਤਾ ਗੁਜਰੀ ਜੀ ਦੇ ਭਰਾਤਾ ਨੇ, ਉਹਨਾਂ ਨੂੰ ਨਾਲ ਪਟਨੇ ਛੱਡਤਾ। ਹੁਣ ਉਸ ਵੇਲੇ ਗੁਰਦੁਆਰਾ ਥੋੜਾ ਬਣਿਆ ਹੋਏਗਾ। ਉੱਥੇ ਮਹਾਰਾਜ ਨੇ ਇੱਕ ਸਿੱਖ ਪਿਆਰੇ ਦੇ ਘਰ ਰਹਿ ਕੇ ਆਪ ਪੂਰਬ ਪਰੇਸ਼ਾਨੀ ਉਸ ਵੇਲੇ ਦੀ ਜਿਹੜੀ ਹੈ ਉਹਨੂੰ ਖਤਮ ਕਰਨ ਗਏ ਨੇ। ਔਰ ਤੁਸੀਂ ਹਿਸਟਰੀ 'ਚ ਪੜ੍ਹੋਗੇ ਉਸ ਵੇਲੇ ਮਾਤਾ ਜੀ ਬੱਚੇ ਨੂੰ ਜਨਮ ਦੇਣ ਦੀ ਅਵਸਥਾ ਦੇ ਵਿੱਚ ਸਨ। ਔਰ ਜਨਮ ਪਤਾ ਕਿੰਨੇ ਚਿਰ ਬਾਅਦ ਹੋਣਾ? 34 ਦੇ ਵਿੱਚ ਆਨੰਦ ਕਾਰਜ ਹੋਇਆ ਤੇ 1666 ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਤੁਸੀਂ ਦੇਖੋ 31-32 ਸਾਲਾਂ ਬਾਅਦ ਘਰ ਵਿੱਚ ਔਲਾਦ ਹੋਣ ਵਾਲੀ ਹੋਵੇ ਤੇ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਮਹਾਨ ਸ਼ਖਸੀਅਤ ਹੋ ਸਕਦੀ ਹੈ
ਜਿਨ੍ਹਾਂ ਨੇ ਇਸ ਗੱਲ ਤੋਂ ਪਰਹੇਜ਼ ਨਹੀਂ ਕੀਤਾ। ਇਸ ਗੱਲ ਦਾ ਮਹਾਰਾਜ ਜੀ ਨੇ ਕੋਈ ਵਜ਼ਨ ਨਹੀਂ ਬਣਾਇਆ ਕਿ ਵੇਖੋ ਜੀ ਇੰਨੇ ਸਾਲਾਂ ਬਾਅਦ ਸਾਡੇ ਘਰ ਕਿਲਕਾਰੀ ਪੈਣੀ, ਆਵਾਜ਼ ਬੱਚੇ ਦੀ ਆਉਣੀ ਹੈ, ਤੇ ਮੈਂ ਹੁਣ ਉਹਨਾਂ ਪਰਾਂ ਕਿਉਂ ਜਾਵਾਂ। ਜ਼ਿੰਮੇਵਾਰੀ ਗੁਰਸਿੱਖਾਂ ਦੀ ਲਾ ਕੇ ਤੇ ਮਾਤਾ ਜੀ ਨੂੰ ਉੱਥੇ ਟਿਕਾ ਕੇ ਆਪ ਪ੍ਰਚਾਰ ਦੌਰੇ ਤੇ ਚਲੇ ਗਏ। ਔਰ ਇਹ ਇਤਿਹਾਸਕਾਰ ਬਿਆਨ ਕਰਦੇ ਨੇ, ਖਬਰ ਵੀ ਪਹੁੰਚ ਗਈ ਸੀ ਕਿ ਤੁਹਾਡੇ ਘਰ ਬੱਚੇ ਦਾ ਜਨਮ ਹੋਇਆ, ਪੁੱਤਰ ਆਇਆ, ਬਾਲਕ ਆਇਆ। ਮਹਾਰਾਜ ਉਸੇ ਟਾਈਮ ਨਹੀਂ ਪਰਖੇ। ਪਹਿਲੀ ਵਾਰ ਆਪਣੇ ਬੱਚੇ ਦਾ ਮੂੰਹ ਮਹਾਰਾਜ ਜੀ ਨੇ ਜਦੋਂ ਉਹ 3.5 ਸਾਲ ਦੇ ਹੋ ਗਏ ਸਨ ਉਦੋਂ ਦੇਖਿਆ। ਕਿੱਡੀ ਵੱਡੀ ਗੱਲ ਹੈ ਗੁਰੂ ਪਿਆਰਿਓ, ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ। ਵੇਖਣ ਨੂੰ ਤੁਹਾਨੂੰ ਇਤਿਹਾਸ ਵਿੱਚ ਲੱਗੇਗਾ ਇਹਦੇ ਵਿੱਚ ਵੱਡੀ ਕਿਹੜੀ ਬਾਤ ਹੈ, ਪਰ ਜਦੋਂ ਸਾਡੇ ਘਰ ਬੱਚਿਆਂ ਦੇ ਵਿਆਹ ਹੁੰਦੇ ਨੇ 2 3 4 5 ਸਾਲ ਬਾਅਦ ਘਰ ਕੋਈ ਬੱਚੇ ਦਾ ਜਨਮ ਨਾ ਹੋਇਆ ਹੋਵੇ, ਤੁਸੀਂ ਵੇਖੋ ਕਿੱਦਾਂ ਸਮੱਸਿਆਵਾਂ ਬਣਦੀਆਂ ਨੇ। ਸੱਸ ਸਹੁਰੇ ਜਠਾਣੀਆਂ ਉਹਨਾਂ ਪਰਾਂ ਰਿਸ਼ਤੇਦਾਰ ਵਾਰਤਾਵਾਂ ਸ਼ੁਰੂ ਕਰ ਦਿੰਦੇ ਨੇ। ਨੂੰਹ ਨੂੰ ਤਾਨੇ ਕਿੰਨੇ ਸੁਣਨੇ ਪੈਂਦੇ ਨੇ। ਮੈਂ ਕਹਿੰਦਾ ਮਾਤਾ ਨਾਨਕੀ ਜੀ ਤੁਸੀਂ ਧੰਨ ਹੋ, ਚੰਗੀ ਸੱਸ ਦਾ ਇੱਕ ਰੋਲ ਅਦਾ ਕੀਤਾ। ਤੁਸੀਂ ਆਪਣੀ ਨੂੰਹ ਨੂੰ ਤਾਨਾ ਨਹੀਂ ਮਾਰਿਆ। ਤੁਸੀਂ ਇਹ ਨਹੀਂ ਆਖਿਆ 30 ਸਾਲ ਹੋ ਗਏ ਨੇ ਸਾਡੇ ਘਰ ਦੇ ਵਿੱਚ ਕੋਈ ਬੱਚੇ ਦੀ ਆਮਦ ਨਹੀਂ, ਕੋਈ ਆਵਾਜ਼ ਬੱਚੇ ਦੀ ਨਹੀਂ ਕਰਨੀ ਪਈ। ਉਹਨਾਂ ਨੇ ਆਪਣੀ ਨੂੰਹ ਦਾ ਉਵੇਂ ਅਦਬ ਕੀਤਾ। ਕਿਉਂ? ਇਹ ਸਾਰੇ ਹੀ ਗੁਰੂ ਕੇ ਪਿਆਰੇ ਗੁਰੂ ਨਾਨਕ ਸਾਹਿਬ ਦੀ ਜਪ ਬਾਣੀ ਪੜ੍ਹਨ ਵਾਲੇ, ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਚੱਲੋ, ਰਜ਼ਾ ਦੇ ਵਿੱਚ ਰਾਜੀ ਰਹੋ। ਜਿਨ੍ਹਾਂ ਨੂੰ ਗੁਰੂ ਤੇਗ ਅਰਜਨ ਸਾਹਿਬ ਮਹਾਰਾਜ ਕਹਿ ਕੇ ਗਏ ਨੇ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਜਿਨ੍ਹਾਂ ਨੂੰ ਬਾਣੀ ਕਹਿੰਦੀ ਉਲਾਹ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੁਮਹਾਰੋ ਕੀਓ। ਉਹ ਕਿੱਦਾਂ ਉਲਾਮੇ ਦਿੰਦੇ, ਕਿਤੇ ਇੱਕ ਦੂਜੇ ਤੇ ਉਂਗਲਾਂ ਚੁੱਕਦੇ, ਔਰ ਨਾ ਕਿਸੇ ਪੀਰ ਫਕੀਰ ਡੇਰੇਦਾਰਾਂ ਦੇ ਕੋਲ ਗਏ ਕਿ ਸਾਡੇ ਘਰ ਔਲਾਦ ਨਹੀਂ ਹੋ ਰਹੀ। ਅਸੀਂ ਤੇ ਕੋਈ ਮੜੀ ਕਬਰ ਨਹੀਂ ਛੱਡਦੇ ਗੁਰੂ ਪਿਆਰਿਓ। ਜੇ ਘਰ ਧੀਆਂ ਭਾਵੇਂ ਹੋ ਜਾਣ, ਜੇ ਪੁੱਤ ਖਾਸ ਕਰਕੇ ਨਾ ਹੋਵੇ, ਕੋਈ ਜਗ੍ਹਾ ਨਹੀਂ ਰਹਿ ਜਾਂਦੀ ਜਿੱਥੇ ਸਿਰ ਨਾ ਝੁਕੇ। ਪਰ ਮਾਤਾ ਜੀ ਦੇ ਕੁੱਖ ਤੋਂ, ਮਾਤਾ ਗੁਜਰ ਜੀ ਦੀ ਕੁੱਖ ਤੋਂ ਬਾਲਕ ਹਰਗੋਬਿੰਦ ਜੀ ਦਾ, ਬਾਲਕ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਪ੍ਰਚਾਰ ਦੌਰੇ ਤੇ ਜਾਣ ਦੇ ਬਾਅਦ ਜਦੋਂ ਸੁਨੇਹਾ ਪਹੁੰਚਿਆ ਤੇ ਉਹ ਦਿੱਲੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੇ। ਉਸ ਵੇਲੇ ਚੇਚਕ ਦਾ ਰੋਗ ਦਿੱਲੀ ਫੈਲਿਆ ਸੀ, ਪਰੇਸ਼ਾਨੀ ਵਧੇਰੇ ਵੱਧ ਚੁੱਕੀ ਸੀ। ਮਹਾਰਾਜ ਜੀ ਨੇ ਸੇਵਾਵਾਂ ਕੀਤੀਆਂ, ਆਪ ਸਰੀਰਕ ਤੌਰ ਤੇ ਪੀੜਤ ਵੀ ਹੋਏ। ਅਖੀਰਲਾ ਵਕਤ ਵੇਖ ਕੇ ਨਾ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਗਲੀ ਜ਼ਿੰਮੇਵਾਰੀ ਲਈ ਉਹਨਾਂ ਨੇ ਮਹਾਰਾਜ ਜੀ ਨੂੰ ਤਿਆਰ ਕਰਤਾ, ਐਲਾਨ ਕਰਤਾ ਕਿ ਤੁਸੀਂ ਬਾਬੇ ਬਕਾਲੇ ਚਲੇ ਜਾਓ। ਚਲੇ ਗਏ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ। ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾ ਗਏ। ਹੁਣ ਉੱਥੇ ਇੱਕ ਘਟਨਾ ਅਸੀਂ ਇਤਿਹਾਸ 'ਚ ਪੜ੍ਹਦੇ ਕਿ ਬਕਾਇਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਲੇ ਦੁਆਲੇ 22 ਮੰਜੀਆਂ ਲੱਗ ਗਈਆਂ। ਪਰ ਮੈਨੂੰ ਖਿਮਾ ਕਰਿਓ, ਬੜੀ ਕੋਸ਼ਿਸ਼ ਕੀਤੀ ਇਤਿਹਾਸ ਦੇ ਵਿੱਚੋਂ ਦੀ ਖੋਲਣ ਦੀ, ਪਰ ਗੁਰੂ ਪਰਿਵਾਰ ਵਿੱਚੋਂ ਧੀਰ ਮਲੀਆਂ ਦੇ ਖਾਸ ਕਰਕੇ ਲਿਸਟ ਵਿੱਚ ਜਾਂ ਗੱਦੀ ਲਾਉਣ ਵਾਲਿਆਂ ਦੇ ਵਿੱਚ 22 ਗਿਣਤੀ ਕਿਤੇ ਨਹੀਂ ਆਉਂਦੀ। ਬੰਦੇ ਹੀ ਨਹੀਂ ਇੰਨੇ ਹੈਗੇ। ਆਖਿਰ ਕੋਈ ਗੁਰਿਆਈ ਦਾ ਅਗਰ ਕਿਸੇ ਨੇ ਮਾਣ ਕਰਨਾ ਹੈ ਜਾਂ ਦਾਵਾ ਕਰਨਾ ਹੈ, ਉਹ ਕੋਈ ਹਸਤੀ ਤਾਂ ਹੋਣੀ ਚਾਹੀਦੀ ਹੈ ਨਾ। ਉਹ ਗੁਰੂ ਰਿਲੇਸ਼ਨ 'ਚ ਹੋਣੀ ਚਾਹੀਦੀ ਹੈ, ਬਲੱਡ ਰਿਲੇਸ਼ਨ 'ਚ ਹੋਵੇ ਜਾਂ ਨਜ਼ਦੀਕੀ ਹੋਵੇ। ਅਸਲ ਦੇ ਵਿੱਚ ਇਹ ਬਹੁਵਚਨ ਸ਼ਬਦ ਸੀ, ਗਿਣਤੀ 22 ਨਹੀਂ ਹੈ। ਇਹ ਕਹਿਣ ਨੂੰ ਇੱਕ ਮੁਹਾਵਰਾ ਹੁੰਦਾ ਕਿ ਵੇਖੋ ਜੀ ਗੱਦੀਆਂ ਲੱਗ ਗਈਆਂ, 22 ਕਿਸਮ ਦੀਆਂ ਗੱਦੀਆਂ ਲੱਗ ਗਈਆਂ, ਇੱਕ ਮੁਹਾਵਰਾ ਹੈ। ਜੇ ਆਮ ਅਸੀਂ ਮੁਹਾਵਰੇ ਇੱਕ ਦੂਜੇ ਨੂੰ ਦੇ ਕੇ ਸਮਝਾਉਂਦੇ ਆ ਨਾ ਕਿ ਫਲਾਣੇ ਮੈਂ ਆਇਆ ਹੁਣੇ, ਉੱਥੇ ਲੋਕ ਆਪਸ ਵਿੱਚ ਐਕਸੀਡੈਂਟ ਕਰਕੇ ਕੋਈ ਝੜਪ ਪਏ, ਕੋਈ ਮਸਲਾ ਵੱਧ ਗਿਆ, ਕਿਸੇ ਕਾਰਨ ਕਰਕੇ ਕੋਈ ਲੜਾਈ ਹੋਈ, ਅਸੀਂ ਕਿਸੇ ਦੂਜੇ ਬੰਦੇ ਨੂੰ ਪੁੱਛਾਂਗੇ ਜੀ ਤੁਸੀਂ ਉਰੋਂ ਉਸ ਪਾਸਿਓਂ ਆ ਰਹੇ ਹੋ, ਕੀ ਉੱਥੇ ਮਾਹੌਲ ਸੀ? ਤੇ ਅਗਲਾ ਮੁਹਾਵਰੇ ਵਿੱਚ ਗੱਲ ਸਮਝਾਉਂਦਿਆਂ ਸਾਨੂੰ ਕਹਿ ਦਿੰਦਾ ਉੱਥੇ 3600 ਬੰਦਾ ਖੜਾ। ਹੁਣ 3600 ਗਿਣ ਕੇ ਨਹੀਂ ਆਇਆ ਹੁੰਦਾ। ਅਸੀਂ ਕਹਿੰਦੇ ਨੇ ਜੀ ਸਾਰਾ ਪਿੰਡ ਹੀ ਉੱਥੇ ਪਹੁੰਚਿਆ ਸੀ, ਸਾਰਾ ਪਿੰਡ ਨਹੀਂ ਗਿਆ ਹੁੰਦਾ। ਇਹ ਮੁਹਾਵਰੇ ਨੇ ਸਮਝਾਉਂਦੇ। 22 ਮੰਜੀਆਂ ਦਾ ਭਾਵ ਸੀ ਬਹੁਤੀਆਂ ਮੰਜੀਆਂ ਲੱਗੀਆਂ। ਦਾਅਵੇ ਇਸ ਪੱਖੋਂ ਹੋਏ ਕਿ ਗੁਰੂ ਮੈਂ ਵਾਂ, ਕੋਈ ਕਹਿੰਦਾ ਗੁਰੂ ਮੈਂ ਵਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਹੁਣ ਬੋਲਣ ਦੀ ਲੋੜ ਕੀ ਸੀ? ਦਾਅਵਾ ਕਰਨ ਦੀ ਕੀ ਲੋੜ ਸੀ ਉੱਥੇ? ਮਹਾਰਾਜ ਬਿਲਕੁਲ ਸ਼ਾਂਤ ਨੇ, ਟਿਕੇ ਹੋਏ ਨੇ। ਮੱਖਣ ਸ਼ਾਹ ਜੀ ਜਿਹੜੇ ਕਿ ਗੁਰੂ ਘਰ ਦੇ ਪਿਆਰੇ ਸਨ, ਉਹਨਾਂ ਨੇ ਦਸਵੰਧ ਲਿਆ ਕੇ ਜਮ੍ਹਾਂ ਕਰਾਉਣਾ, ਕਿਉਂਕਿ ਉਹਨਾਂ ਦੇ ਕੋਲ ਉਸ ਵਕਤ ਵੱਡੇ ਵੱਡੇ ਬੇੜੇ ਚੱਲਦੇ ਸਨ। ਅਸੀਂ ਜਹਾਜ਼ ਵੀ ਕਹਿ ਦਿੰਦੇ ਹਾਂ, ਪਰ ਪੰਜਾਬ ਨੂੰ ਕੋਈ ਸਮੁੰਦਰ ਨਹੀਂ ਲੱਗਦਾ। ਜਹਾਜ਼ ਬਹੁਤੇ ਵੱਡੇ ਸਮੁੰਦਰਾਂ 'ਚ ਹੀ ਚੱਲਦੇ ਨੇ। ਬੇੜੇ ਕਹੇ ਜਾ ਸਕਦੇ ਨੇ ਕਿ ਜਿੱਥੇ ਨਹਿਰਾਂ ਤੇ ਦਰਿਆਵਾਂ ਦੇ ਵਿੱਚ ਬੇੜਿਆਂ ਦੀ ਲੋੜ ਪੈਂਦੀ ਹੈ। ਟਰਾਂਸਪੋਰਟੇਸ਼ਨ ਦਾ ਇਹ ਕਹਿ ਲਓ ਕਿ ਟਰਾਂਸਪੋਰਟ ਦਾ ਇੱਕ ਸਾਧਨ, ਜਿਵੇਂ ਬਾਕੀ ਗੱਡੀਆਂ ਤੇ ਖੱਚਰਾਂ ਤੇ ਲੋਕ ਲੈ ਕੇ ਜਾਂਦੇ ਨੇ, ਇਦਾਂ ਪਾਣੀ ਦੇ
ਉੱਪਰੋਂ ਦੀ ਨਹਿਰ ਨਦੀਆਂ ਤੋਂ ਵੱਡੇ ਬੇੜਿਆਂ ਦੇ ਵਿੱਚੋਂ ਦੀ ਮਾਲ ਲਿਜਾਇਆ ਜਾ ਸਕਦਾ। ਤੇ ਮੱਖਣ ਸ਼ਾਹ ਜੀ ਅਮੀਰ ਬੰਦਿਆਂ ਦੇ ਵਿੱਚੋਂ ਇੱਕ ਨੇ, ਜਿਵੇਂ ਲੱਖੀ ਸ਼ਾਹ ਬਣਜਾਰਾ ਜੀ। ਇਹ ਬੜੇ ਧਨਾੜ ਲੋਕ ਸਨ ਉਸ ਵੇਲੇ। ਗੁਰੂ ਘਰ ਦਸਵੰਧ ਵੀ ਦਿੰਦੇ ਸਨ ਵੱਧ ਚੜ ਕੇ, ਤੇ ਬਕਾਇਦਾ ਜਦੋਂ ਉਹਨਾਂ ਨੇ ਮਾਲ ਸਵਾਬ ਨਾਲ ਰੱਖਣਾ ਤੇ ਬਾਡੀਗਾਰਡ ਵੀ ਨਾਲ ਹੋਣੇ। ਉਹਨਾਂ ਨੇ ਜਦੋਂ ਇਹ ਤਮਾਸ਼ਾ ਦੇਖਿਆ ਕਿ ਹੱਦ ਹੋ ਗਈ, ਇਹ ਗੱਦੀਆਂ ਵਾਲੇ ਦਾਅਵੇ ਬੰਨੀ ਫਿਰਦੇ ਨੇ, ਹਰ ਇੱਕ ਜਾਣਾ ਦਾਅਵਾ ਕਰਦਾ। ਉਹਨਾਂ ਨੇ ਮਹਾਰਾਜ ਨਾਲ ਵਿਚਾਰ ਸਾਂਝੀ ਕੀਤੀ ਔਰ ਉਹਦੇ ਬਾਅਦ ਉਹਨਾਂ ਨੇ ਸਾਰੀ ਸੰਗਤ ਨੂੰ ਹਲੂਣਾ ਦਿੰਦਿਆਂ ਆਖਿਆ ਕਿ ਵੀ ਤਮਾਸ਼ਾ ਕੀ ਵੇਖ ਰਹੇ ਹਾਂ ਅਸੀਂ। ਗੁਰੂ ਤੇਗ ਬਹਾਦਰ ਸਾਹਿਬ ਅਗਰ ਨਹੀਂ ਕੁਝ ਬੋਲ ਰਹੇ, ਨਹੀਂ ਕਹਿ ਰਹੇ, ਤੇ ਇਹਦਾ ਭਾਵ ਇਹ ਨਹੀਂ ਕਿ ਇਹ ਸਭ ਕੁਝ ਹੁੰਦਿਆਂ ਅਸੀਂ ਬਰਦਾਸ਼ਤ ਕਰਾਂਗੇ। ਉਹਨਾਂ ਨੇ ਬਕਾਇਦਾ ਜਦੋਂ ਧੀਰਮਲੀਆਂ ਨੂੰ ਵੰਗਾਰ ਪਾਈ ਤੇ ਉਹਨਾਂ ਨੇ ਇੱਕ ਮਸੰਦ ਨੂੰ ਕਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਗੋਲੀ ਚਲਵਾਤੀ। ਗੋਲੀ ਕੋਲੋਂ ਲੰਘ ਗਈ, ਨਿਸ਼ਾਨਾ ਲੱਗਾ। ਉਸ ਵੇਲੇ ਮੱਖਣ ਸ਼ਾਹ ਜੀ ਆਪਣੇ ਬੰਦਿਆਂ ਨੂੰ ਨਾਲ ਜਾ ਕੇ ਉਹਨਾਂ ਨੂੰ ਫੜ ਕੇ ਲਿਆ। ਧੀਰਮਲ ਦੇ ਹੱਥ ਬੰਨੇ ਨੇ ਔਰ ਸਰੂਪ ਵੀ ਉਹਨਾਂ ਕੋਲ ਸੀ, ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਾ ਸਰੂਪ ਖੋਹ ਲਿਆ ਗਿਆ। ਮਹਾਰਾਜ ਦੇ ਅੱਗੇ ਲਿਆ ਕੇ ਸੁੱਟਿਆ, ਮਹਾਰਾਜ ਇਹ ਇੰਨੀ ਕੁ ਕਰਤੂਤ ਦੇ ਮਾਲਕ ਨੇ, ਇਹਨਾਂ ਨੇ ਗੋਲੀ ਚਲਵਾਤੀ ਤੁਹਾਡੇ ਉੱਤੇ, ਗੁਰੂ ਹੁਕਮਾਂ ਦੀ ਅਦੂਲੀ ਕੀਤੀ, ਮਹਾਰਾਜ ਬਣਦੀ ਸਜ਼ਾ ਦੇਵੋ ਇਹਨਾਂ ਨੂੰ। ਗੁਰੂ ਤੇਗ ਬਹਾਦਰ ਸਾਹਿਬ ਦੂਰ ਅੰਦੇਸ਼ੀ ਦੇ ਮਾਲਕ, ਉਹਨਾਂ ਨੇ ਆਖਿਆ ਏਦਾਂ ਕਰੋ, ਪਹਿਲਾਂ ਇਹਨਾਂ ਦੇ ਹੱਥ ਖੋਲੋ, ਸਾਡੇ ਵੱਡੇ ਭਰਾਤਾ ਨੇ। ਰਹੀ ਗੱਲ ਸਰੂਪ ਦੀ, ਇਹਨਾਂ ਨੂੰ ਵਾਪਸ ਕਰੋ। ਇਹਨਾਂ ਨੂੰ ਬੜੇ ਸਨਮਾਨ ਨਾਲ ਛੱਡ ਕੇ ਆਏ। ਬਾਬਾ ਜੀ ਨੇ ਪੁੱਛਿਆ, ਮੱਖਣ ਸ਼ਾਹ ਜੀ ਨੇ ਆਖਿਆ, ਗੁਰੂ ਮਹਾਰਾਜ ਜੋ ਤੁਹਾਡਾ ਹੁਕਮ ਹੈ ਉਹ ਪ੍ਰਵਾਨ ਹੈ, ਪਰ ਇਹਨਾਂ ਪੁੱਛਣਾ ਚਾਹੁੰਦੇ ਆ, ਇਹਦੀ ਬਣਦੀ ਸਜ਼ਾ ਕਿਉਂ ਨਾ ਦਿੱਤੀ? ਇਹ ਗੁਰੂ ਦੂਲੀ ਸੀ। ਹੁਣ ਦੂਰ ਅੰਦੇਸ਼ੀ ਵੇਖੋ ਕਿੱਡੀ ਕਮਾਲ ਦੀ ਮਹਾਰਾਜ ਦੀ। ਮਹਾਰਾਜ ਕਹਿੰਦੇ ਇਸ ਵੇਲੇ ਜਿਹੜਾ ਮਾਹੌਲ ਪੱਕਿਆ ਹੋਇਆ ਨਾ, ਸਰਕਾਰਾਂ ਲੱਭ ਰਹੀਆਂ ਨੇ ਕਿ ਕੋਈ ਮਸਲਾ ਖੜਾ ਕਰੀਏ ਇਹਨਾਂ ਦੇ ਵਿੱਚ ਆਪਸ ਵਿੱਚ, ਤੇ ਜੇ ਇਹਨਾਂ ਨੂੰ ਅਸੀਂ ਬਣਦੀ ਸਜ਼ਾ ਦੇ ਦਿੰਦੇ, ਇਹ ਧਿਰ ਬਣ ਜਾਂਦੀ ਤੇ ਸਰਕਾਰਾਂ ਇਹਨਾਂ ਨੂੰ ਹਵਾ ਦਿੰਦੀਆਂ ਤੇ ਰੋਲਾ ਇਹ ਪਾ ਦੇਣਾ ਸੀ, ਇਹ ਤੇ ਗੱਦੀ ਦੀਆਂ ਲੜਾਈਆਂ ਪਿੱਛੇ ਪਏ ਨੇ, ਇਹਨਾਂ ਨੂੰ ਦੁਨੀਆ ਦਾ ਭਲਾ ਕੀ ਕਰਨਾ। ਮਹਾਰਾਜ ਨੇ ਆਖਿਆ ਕਿਤੇ ਇਦਾਂ ਦਾ ਸਮਾਜ ਚਰਚਾ ਹੀ ਨਾ ਤੁਰ ਪਏ, ਇਹ ਤੋਂ ਗੁਰੇਜ਼ ਕਰੋ ਤੇ ਧਿਰ ਨਹੀਂ ਬਣਨ ਦੇਣੀ। ਉਹਦੇ ਬਾਅਦ ਤੁਸੀਂ ਸਿੰਘਾਂ ਮਸੰਦ ਜੀ ਨੇ ਗੋਲੀ ਚਲਾਈ ਤੇ ਧੀਰ ਮਲੀਆ ਤੁਹਾਨੂੰ ਇਤਿਹਾਸ 'ਚੋਂ ਹੀ ਨਹੀਂ ਲੱਭੇਗਾ, ਕਿਉਂਕਿ ਧਿਰ ਰਹੀ ਨਹੀਂ। ਇਹ ਹੈ ਦੂਰ ਅੰਦੇਸ਼ੀ। ਗੁਰੂ ਮਹਾਰਾਜ ਜੀ ਨੇ ਬਕਾਇਦਾ ਅੰਮ੍ਰਿਤਸਰ ਵੀ ਗਏ, ਜਿਹੜਾ ਅਸੀਂ ਕਹਿੰਦੇ ਉੱਥੇ ਮਸੰਦਾਂ ਨੇ ਬੂਹੇ ਬੰਦ ਕਰ ਲਏ। ਮੇਰਾ ਸਮਾਂ ਹੋ ਚੁੱਕਾ ਹੈ। ਗੁਰੂ ਮਹਾਰਾਜ ਜੀ ਦਾ ਬੜਾ ਮਹਾਨ ਇਤਿਹਾਸ ਦਾ ਵਰਕਾ ਹੈ। ਗੁਰੂ ਸਾਹਿਬ ਜੀ ਦੇ ਕੋਲ ਆਨੰਦਪੁਰ ਕਸ਼ਮੀਰੀ ਪੰਡਤ ਆਏ, ਕਿਰਪਾ ਰਾਮ ਜੀ ਆਏ, ਜਿਨ੍ਹਾਂ ਨੇ ਮੁੜ ਕੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਪਹੁਲ ਲੈ ਕੇ ਭਾਈ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਗੜੀ ਤੱਕ ਪਹੁੰਚ ਕੇ ਸ਼ਹਾਦਤ ਦਿੱਤੀ ਸੀ, ਜਿਨ੍ਹਾਂ ਲਈ ਮਹਾਰਾਜ ਆਪਣਾ ਆਪਾ ਵਾਰ ਗਏ। ਹਿਊਮਨ ਰਾਈਟਸ ਲਈ ਮਹਾਰਾਜ ਜੀ ਨੇ ਜਿਹੜੀ ਵੱਡੀ ਫਾਈਟ ਲੜੀ, ਉਹ ਪੂਰੀ ਦੁਨੀਆ ਭਰ ਦੇ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਹੈ, ਲਾਸ਼ਾਨੀ ਹੈ ਕਿ ਕਿੱਦਾਂ ਕੁਰਬਾਨੀ ਕਿਸੇ ਮਜ਼ਲੂਮ ਲਈ ਕੀਤੀ ਜਾ ਸਕਦੀ ਹੈ। ਉਹ ਗੁਰੂ ਮਹਾਰਾਜ ਦੇ ਬਚਨ ਸਨ। ਇਹ ਕਹਿ ਕੇ ਮੈਂ ਆਖਰੀ ਅਰਥ ਕਹਿ ਕੇ ਸਮਾਪਤੀ ਕਰਾਂਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪ ਉਚਾਰਨ ਕੀਤੇ, ਆਪ ਮਹਾਰਾਜ ਜੀ ਨੇ ਪੋਥੀ ਦੇ ਵਿੱਚ ਅੰਕਿਤ ਕੀਤੇ 57 ਸ਼ਲੋਕ ਤੇ 59 ਸ਼ਬਦ। ਉਹਨਾਂ ਵਿੱਚੋਂ ਇੱਕ ਸ਼ਬਦ ਜਿਹੜਾ ਅਕਸਰ ਹੀ ਹੁਕਮਨਾਮੇ 'ਚ ਆਪ ਪੜ੍ਹਦੇ, ਉਹਦੇ ਵਿੱਚ ਮਹਾਰਾਜ ਜੀ ਨੇ ਮਨੁੱਖੀ ਜੀਵਨ ਦੇ ਵਿੱਚ ਪਰਮੇਸ਼ਵਰ ਅਕਾਲ ਪੁਰਖ ਦੇ ਵਾਸੇ ਲਈ ਕਿਹੜੀਆਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ, ਲਾਜ਼ਮੀ ਨਹੀਂ, ਕਿਹੜੀਆਂ ਚੀਜ਼ਾਂ ਹਟਾ ਦੇਗਾ ਇਨਸਾਨ ਜਿਹਦੇ ਨਾਲ ਰੱਬ ਲਈ ਰਾਹ ਖੁੱਲ ਜਾਏਗਾ, ਰੱਬ ਰੂਹ ਬੰਦਾ ਹੋ ਜਾਏਗਾ, ਉਹ ਕੀ ਨੇ? ਉੱਥੇ ਮਹਾਰਾਜ ਨੇ ਆਖਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਸਾਧ ਸੰਗਤ ਸ਼ਬਦ ਸਰਲ ਹੈ, ਸਾਰੇ ਪੜ੍ਹੋ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਇਹ ਨੁਕਤਾ ਚੇਤੇ ਰੱਖਿਓ। ਦੁੱਖ ਆ ਜੇ ਕੋਈ ਗੱਲ ਨਹੀਂ, ਤੜਫਣ ਦੀ ਲੋੜ, ਪਰੇਸ਼ਾਨ ਹੋਣ ਦੀ, ਘਬਰਾਉਣ ਦੀ ਲੋੜ ਨਹੀਂ। ਮਹਾਰਾਜ ਕਹਿੰਦੇ ਨੇ ਮਨ ਦੁਖੀ ਨਾ ਹੋਵੇ, ਚੜ੍ਹਦੀ ਕਲਾ ਦੇ ਵਿੱਚ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ। ਸੁਖ ਆ ਜੇ, ਸੁਖ ਨਾਲ ਪਕੜ, ਸੁਖ ਸਨੇ ਅਰ ਭੈ ਨਹੀਂ ਜਾਗੇ। ਨਾ ਸੁਖ ਨਾ ਸਨੇ ਮੋਹ ਹੈ ਤੇ ਨਾ ਹੀ ਡਰ ਹੈ। ਭੈ ਦਾ ਅਰਥ ਹੈ ਡਰ। ਸੁਖ ਸਨੇ ਅਰ ਭੈ ਨਹੀਂ ਜਾਗੇ, ਕੰਚਨ ਮਾਟੀ ਮਨ ਹੈ। ਉਹ ਬੰਦਾ ਏਡਾ ਅਮੀਰ, ਆਪਣੇ ਆਪ ਵਿੱਚ ਏਡਾ ਕੀਮਤੀ, ਬੇਸ਼ੁਮਾਰ ਹੋ ਜਾਂਦਾ ਹੈ ਕਿ ਉਹ ਸੋਨੇ ਨੂੰ ਮਿੱਟੀ ਸਮਝਦਾ ਹੈ। ਸੋਨੇ ਨੂੰ ਮਿੱਟੀ ਸਮਝਣ ਦਾ ਭਾਵ ਹੈ ਕਿ ਲੋਕ ਉਹਨੂੰ ਖਰੀਦਣ ਲਈ ਅੰਬਾਰ ਲਾ ਦੇਣ ਨਾ, ਉਹ ਕਹਿੰਦਾ ਇਹ ਕੋਈ ਪਾਇਆ ਨਹੀਂ ਰੱਖਦੀ ਮੇਰੀ ਜ਼ਮੀਨ ਨੂੰ ਖਰੀਦਣ ਲਈ। ਉਹਦੇ ਲਈ ਸੋਨਾ ਕੋਈ ਵਜ਼ਨਦਾਰ ਚੀਜ਼ ਨਹੀਂ ਹੁੰਦੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਮਹਾਰਾਜ ਅੱਗੇ ਜਾ ਕੇ ਕਹਿੰਦੇ ਨੇ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ। ਇਹ ਜੀਵਨ ਦੇ ਵਿੱਚੋਂ ਪਰੋਖੇ ਕਿਵੇਂ ਹੋਣ? ਨਿੰਦਿਆ ਦਾ ਅਰਥ ਹੈ ਬੇਵਜ੍ਹਾ ਹੀ ਕਿਸੇ ਦੀ ਖਿਲਾਫੀਅਤ ਕਰੀ ਜਾਏ, ਬੇਵਜ੍ਹਾ, ਵਜ੍ਹਾ ਹੀ ਨਹੀਂ ਕੋਈ ਹੈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਉਸਤਤ ਦਾ ਅਰਥ ਹੈ ਖੁਸ਼ਾਮਦ। ਇਹ ਦੋ ਚੀਜ਼ਾਂ ਬੰਦੇ ਨੂੰ ਵਿਗਾੜ ਦਿੰਦੀਆਂ ਨੇ।
ਬੰਦਾ ਜਾਂ ਤੇ ਖੁਸ਼ਾਮਦ ਕਰ ਰਿਹਾ ਹੁੰਦਾ ਤੇ ਜਾਂ ਖੁਸ਼ਾਮਦ ਕਰਾਉਣ ਲਈ ਭੁੱਖਾ ਹੁੰਦਾ। ਜਾਂ ਬੰਦਾ ਕਿਸੇ ਦੀ ਬੇਵਜ੍ਹਾ ਨਿੰਦਾ ਕਰ ਰਿਹਾ ਹੁੰਦਾ ਤੇ ਜੇ ਕਿਸੇ ਦੀ ਬੇਵਜ੍ਹਾ ਨਿੰਦਾ ਹੋ ਰਿਹਾ ਹੋ ਤੇ ਬੰਦਾ ਡੋਲ ਜਾਂਦਾ। ਮਹਾਰਾਜ ਕਹਿੰਦੇ ਨੇ ਧੁੱਪ ਰਾਮ ਹੋ ਜਾਏ, ਉੱਪਰ ਉੱਠ ਜਾਏ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰ ਇੱਕ ਸੋਗ ਤੇ ਰਹੇ ਨਿਆਰੋ। ਖੁਸ਼ੀ ਗਮੀ ਤੋਂ ਉੱਪਰ ਹੋਏ, ਹਰ ਇੱਕ ਸੋਗ ਤੇ ਰਹੇ ਨਿਆਰੋ। ਨਾਹੇ ਮਾਨ ਅਪਮਾਨਾ, ਅਪਮਾਨ ਤੋਂ ਤੇ ਬੰਦਾ ਘਬਰਾਉਂਦਾ ਹੀ ਹੈ। ਮਹਾਰਾਜ ਕਹਿੰਦੇ ਨੇ ਮਾਨ ਤੋਂ ਵੀ ਦੂਰ ਰਹਿਣਾ ਚਾਹੀਦਾ, ਕਿਉਂਕਿ ਜੇ ਕੋਈ ਬਹੁਤਾ ਮਾਣ ਕਰਨ ਲੱਗ ਪਏ ਨਾ, ਕੋਈ ਉਸਤਤ ਕਰਨ ਲੱਗ ਪਏ, ਬੰਦਾ ਉਦੋਂ ਵੀ ਘਬਰਾਏ, ਉਦੋਂ ਵੀ ਡੋਲਦਾ। ਹਉ ਹੰਗਤਾ ਸਿਰੇ ਤੇ ਆ ਕੇ ਚੜ ਜਾਂਦੀ ਹੈ। ਮਹਾਰਾਜ ਅਖੀਰ ਵਿੱਚ ਕਹਿੰਦੇ ਨੇ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ। ਕਾਮ ਕ੍ਰੋਧ ਜੈ ਪਰਸੇ ਨਾ ਤਹਿ ਘਟ ਬ੍ਰਹਮ ਨਿਵਾਸਾ। ਉਸ ਹਿਰਦੇ ਚ ਬ੍ਰਹਮ ਕਰਤੇ ਵਾਹਿਗੁਰੂ ਦਾ ਹੀ ਨਿਵਾਸ ਹੈ। ਅਖੀਰ ਮਹਾਰਾਜ ਕਹਿੰਦੇ ਨੇ ਗੁਰ ਕਿਰਪਾ ਜੈ ਨਰ ਕੋ ਕੀਨੀ ਤਹਿ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ। ਇਹ ਸਾਰੀ ਖੇਡ ਉਦੋਂ ਵਾਪਰ ਸਕਦੀ ਜਦੋਂ ਗੁਰ ਕਿਰਪਾ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਿਹਰ ਵਾਪਰ ਜਾਏ। ਉਹ ਇਨਸਾਨ ਆਦਰਸ਼ਕ ਬਣ ਸਕਦਾ ਹੈ, ਉਹ ਰੱਬ ਰੂਪ ਹੋ ਸਕਦਾ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਜਿੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਲਾਸ਼ਾਨੀ ਇਤਿਹਾਸ ਔਰ ਉਹਨਾਂ ਦੀ ਮੁਬਾਰਕ ਬਾਣੀ, ਜਿਨ੍ਹਾਂ 'ਚ ਮਹਾਰਾਜ ਨੇ ਕਰਮ ਕਾਂਡਾਂ ਤੋਂ ਪ੍ਰੇਜ਼ ਕਰਦਿਆਂ ਹੋਇਆਂ ਵੀ ਸਾਨੂੰ ਇਹ ਗੱਲ ਕਹੀ ਹੈ, ਤੀਰਥ ਬਰਤਰ ਦਾਨ ਕਰ ਮਨ ਮੈਂ ਤਰੇ ਗੁਮਾਨ। ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਸੋ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ, ਗੁਰੂ ਅੰਗਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਔਰ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਆਪ ਸੰਗਤਾਂ ਨੂੰ ਕੋਟਾਨ ਕੋਟ ਮੁਬਾਰਕਾਂ, ਵਧਾਈਆਂ। ਸਤਿਗੁਰੂ ਆਪ ਸਭਨਾਂ ਨੂੰ ਇਸੇ ਤਰ੍ਹਾਂ ਹੀ ਆਪਸੀ ਸੰਗਤ ਦਾ ਪਿਆਰ, ਮੁਹੱਬਤ, ਇਤਫਾਕ ਬਖਸ਼ਿਸ਼ ਕਰੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।